ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਤੀਜਾ। ਜਿਨੀ ਹੁਕਮ ਪਛਾਣਿਆ, ਸੇ ਮੇਲੇ ਹਉ ਮੈਂ ਸ਼ਬਦ ਜਲਾਏ। ਸੱਚੀ ਭਗਤ ਕਰੇ ਦਿਨ ਰਾਤੀ, ਸੱਚ ਰਹੇ ਲਿਵ ਲਾਏ। ਜਿਨੀ ਹੁਕਮ ਪਛਾਣਿਆ, ਸੇ ਮੇਲੇ ਹਉ ਮੈਂ ਸ਼ਬਦ ਜਲਾਏ। ਸੱਚੀ ਭਗਤ ਕਰੇ ਦਿਨ ਰਾਤੀ, ਸੱਚ ਰਹੇ ਲਿਵ ਲਾਏ। ਸਦਾ ਸੱਚ ਹਰ ਵੇਖਦੇ, ਗੁਰ ਕੈ ਸ਼ਬਦ ਸੁਭਾਏ। ਮਨ ਰੇ ਹੁਕਮ ਮਨ ਸੁਖ ਹੋਏ। ਪ੍ਰਭ ਭਾਣਾ ਆਪਣਾ ਭਾਵਦਾ, ਜਿਸ ਬਖਸ਼ੇ ਤਿਸ ਬਿਘਨ ਨ ਕੋਇ। ਮਨ ਰੇ ਹੁਕਮ ਮਨ ਸੁਖ ਹੋਏ। ਪ੍ਰਭ ਭਾਣਾ ਆਪਣਾ ਭਾਵਦਾ, ਜਿਸ ਬਖਸ਼ੇ ਤਿਸ ਬਿਘਨ ਨ ਕੋਇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਮ ਚੱਕਰ ਗੋਬਿੰਦ ਕੇ ਠਾकुर ਮੇਰਾ ਪਹਾਰਾ। ਕਰਨ ਕਰਾਵਣ ਸਗਲ ਬਿਦ ਸੋ ਸਤਿਗੁਰੂ ਹਮਾਰਾ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਦਰ ਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੱਜ ਅੰਮ੍ਰਿਤ ਵੇਲੇ ਗੁਰੂ ਪਿਤਾ ਦਸ਼ਮੇਸ਼ ਮਹਾਰਾਜ ਜੀ ਨੇ, ਚੋਜੀ ਪ੍ਰੀਤਮ ਜੀ ਨੇ, ਜੋ ਤਖਤ ਸਾਹਿਬ ਜੀ ਤੋਂ ਅਵਤਾਰਿਆ ਸਥਾਨ ਜਨਮ ਸਥਾਨ ਤੋਂ ਕਿਰਪਾ ਕਰਕੇ ਹੁਕਮਨਾਮੇ ਦੀ ਦਾਤ, ਮੁਖ ਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ੀ ਹੈ। ਸੋ ਆਓ ਸਭ ਤੋਂ ਪਹਿਲਾਂ ਉਸ ਹੁਕਮਨਾਮੇ ਦੇ ਦਰਸ਼ਨ ਆਪਾਂ ਸਾਰੇ ਕਰੀਏ। ਅੱਜ ਦਾ ਹੁਕਮ, ਅੱਜ ਦਾ ਮੁਖ ਵਾਕ ਜਗਤ ਗੁਰੂ ਪਰਉਪਕਾਰੀ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਮੁਬਾਰਕ ਮੁਖੜੇ ਤੋਂ ਉਚਾਰਨ ਹੋਇਆ ਸੋਰਠ ਰਾਗ ਵਿੱਚ ਸੁਸ਼ੋਭਿਤ ਹੈ। ਪ੍ਰਵਚਨ ਹਨ ਸੋਰਠ ਮਹੱਲਾ ਪਹਿਲਾ ਘਰ ਦੂਜਾ। ਮਨ ਹਾਲੀ ਕਿਰਸਾਣੀ ਕਰਨੀ ਸਰਮ ਬਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ। ਪਾਓ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ, ਬਾਬਾ ਮਾਇਆ ਸਾਥ ਨਾ ਹੋਏ। ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ ਰਹਾਓ। ਹਾਨ ਹਟ ਕਰ ਆਜਾ ਸਚ ਨਾਮ ਕਰ ਵਥ, ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ। ਵਣਜਾਰਿਆਂ ਸਿਓ ਵਣਜ ਕਰ ਲੈ ਲਾਹਾ ਮਨ ਹਸ, ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ। ਖਰਚ ਬੰਨ ਚੰਗਿਆਈਆਂ ਮਤ ਮਨ ਜਾਣਹਿ ਕੱਲ, ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹੇ ਮਹਲ। ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ, ਬੰਨ ਬਦੀਆਂ ਕਰ ਧਾਵਣੀ ਤਾਂ ਕੋ ਆਖੈ ਧਨ। ਨਾਨਕ ਵੇਖੈ ਨਦਰ ਕਰ ਚੜ੍ਹੈ ਚਵਗਣ ਵੰਨ। ਇਹ ਅੱਜ ਦਾ ਹੁਕਮਨਾਮਾ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤਖਤ ਸਾਹਿਬ ਜੀ ਤੋਂ ਅਵਤਾਰ ਅਸਥਾਨ ਜਨਮ ਅਸਥਾਨ ਤੋਂ ਦਿੱਤਾ ਹੈ। ਜਗਤ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤ ਕਥਾ ਵਿੱਚ ਲਿਖਿਆ ਹੋਇਆ, ਜਦੋਂ ਵਿਚਰ ਕੇ ਸੰਸਾਰ ਦਾ ਭਰਮਣ ਕਰਕੇ ਆਪ ਜੀ ਆਪਣੇ ਨਗਰ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਜੀ ਦੇ ਬਾਰ-ਬਾਰ ਭਾਈ ਬਾਲਾ ਜੀ ਸਾਹਿਬ ਜੀ ਉਹਨਾਂ ਦੇ ਸਮੇਤ ਭਾਈ ਮਰਦਾਨਾ ਜੀ ਸਾਹਿਬ ਜੀ ਦੇ ਸਮੇਤ ਆਣ ਕੇ ਸੱਜੇ ਹਨ ਅਜਿੱਤੇ ਰੰਧਾਵੇ ਦੇ ਖੂਹ ਤੇ। ਉਸ ਵੇਲੇ ਬਾਬੇ ਮਰਦਾਨੇ ਨੇ ਆਗਿਆ ਲਈ ਕਿ ਮਹਾਰਾਜ ਮੈਂ ਘਰੇ ਜਾ ਕੇ ਮਿਲ ਕੇ ਆਵਾਂ। ਤੋ ਆਏ ਮਾਤਾ ਜੀ ਸਾਹਿਬ ਜੀ ਨੇ ਦੇਖਿਆ, ਪੁੱਛਿਆ, ਵੇ ਮਰਦਾਨਿਆ ਤੂੰ ਤੇ ਆ ਗਿਆ, ਨਾਨਕ ਕਿੱਥੇ ਹੈ? ਦੱਸਣ ਨਾ, ਕਿਉਂਕਿ ਆਗਿਆ ਨਹੀਂ ਸੀ। ਫਿਰ ਵੀ ਜਦੋਂ ਮਿਲਣ ਵਾਸਤੇ ਗਏ ਭਾਈ ਮਰਦਾਨਾ ਜੀ ਸਾਹਿਬ, ਤਾਂ ਮਾਤਾ ਜੀ ਸਾਹਿਬ ਜੀ ਨੇ ਪਿੱਛਾ ਕੀਤਾ ਤੇ ਜਾ ਕੇ ਦੀਦਾਰ ਪਾਇਆ, ਗਲ ਦੇ ਨਾਲ ਲਾਇਆ, ਮੋਹ ਕੀਤਾ ਬਹੁਤ ਜ਼ਿਆਦਾ। ਨੇਤਰਾਂ ਚੋਂ ਹੰਝੂ ਵਹਾ ਕੇ ਮਹਾਰਾਜ ਦੇ ਬਸਤਰ ਭਿਗੋ ਛੱਡੇ। ਪਤਾ ਲੱਗਿਆ ਇੰਨੇ ਸਮੇਂ ਨੂੰ ਸਤਿਗੁਰਾਂ ਦੇ ਪਿਤਾ ਹਜੂਰ ਬਾਬਾ ਕਾਲੂ ਜੀ ਸਾਹਿਬ, ਚਾਚਾ ਜੀ ਬਾਬਾ ਲਾਲੂ ਜੀ ਸਾਹਿਬ ਆਦਿ ਕੇ ਸਾਰੇ
ਮਹਾਰਾਜ ਦੇ ਦਰਸ਼ਨਾਂ ਦੇ ਵਾਸਤੇ ਮਿਲਣ ਵਾਸਤੇ ਆਏ। ਉਸ ਵੇਲੇ ਫਿਰ ਪਿਤਾ ਜੀ ਸਾਹਿਬ ਜੀ ਨੇ ਆਖਿਆ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿ ਹੇ ਨਾਨਕ, ਜੇ ਤੈਂ ਪਟਵਾਰੀ ਦਾ ਕੰਮ ਨਹੀਂ ਕਰਨਾ ਹੈ, ਮੋਦੀ ਖਾਨਾ ਨਹੀਂ ਚਲਾਉਣਾ ਹੈ, ਤਾਂ ਕੁਛ ਹੋਰ ਹੀ ਕੰਮ ਕਰ ਲਾ। ਪਿਤਾ ਜੀ ਨੇ ਇਹ ਬਚਨ ਆਖੇ ਤਾਂ ਸਤਿਗੁਰਾਂ ਨੇ ਪੁੱਛਿਆ, ਪਿਤਾ ਜੀ ਦੱਸੋ ਕਿਹੜਾ ਕੰਮ ਕਰੀਏ? ਕਿਹਾ ਇੰਨੀ ਸਾਡੇ ਕੋਲ ਜ਼ਮੀਨੋਂ ਜਾਇਦਾਦ ਆ, ਹੋਵੇ ਨਾ ਕਿ ਤੂੰ ਇਹ ਹਾਲੀ ਹੀ ਬਣ ਜਾ, ਫਿਰ ਹੱਲ ਵਾਇਆ ਕਰ, ਜ਼ਮੀਨ ਜਾਇਦਾਦ ਸੰਭਾਲ ਲਾ। ਉਸ ਵੇਲੇ ਆਪ ਜੀ ਨੇ ਪਿਤਾ ਜੀ ਦੀ ਬਾਬਤ ਆਖਿਆ ਕਿ ਮੈਂ ਤੇ ਪਹਿਲਾਂ ਹੀ ਹਾਲੀ ਹਾਂ, ਜ਼ਿਮੀਂਦਾਰੇ ਦਾ ਕਿੱਤਾ ਕਰਨ ਵਾਲਾ, ਹੋਰ ਮੈਂ ਕੀ ਕਰਨਾ ਹੈ। ਸਗੋਂ ਹੋ ਸਕੇ ਤਾਂ ਤੁਸੀਂ ਵੀ ਐਸੇ ਹਾਲੀ ਬਣੋ। ਪੁੱਛਿਆ ਕੈਸੇ ਹਾਲੀ? ਤਾਂ ਆਪ ਜੀ ਨੇ ਸ਼ਬਦ ਆਖਿਆ ਸੋਠ ਰਾਗ ਦਾ, ਇਹ ਦੂਸਰਾ ਸ਼ਬਦ ਹੈ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਕਿ ਮਨ ਨੂੰ ਹਾਲੀ ਬਣਾਓ ਤੇ ਐਸੀ ਕਿਰਸਾਣੀ ਕਰਨੀ ਕਿ ਸਰਮ ਪਾਣੀ ਤਨ ਖੇਤ। ਸ਼ਰਮ ਮਾੜੇ ਕਰਮਾਂ ਤੋਂ ਸੰਗ ਕਰਨੀ, ਸ਼ਰਮ ਅਤੇ ਧਰਮ ਦੇ ਵਿੱਚ ਰਹਿਣਾ, ਮਰਜ਼ਾਦਾ ਸੰਜਮ ਵਿੱਚ ਰਹਿਣਾ, ਪਰਹੇਜ਼ ਵਿੱਚ ਰਹਿਣਾ, ਕੰਟਰੋਲ ਵਿੱਚ ਰਹਿਣਾ, ਇਹ ਪਾਣੀ ਹੈ ਜਿਹਦੇ ਤੋਂ ਬਿਨਾਂ ਖੇਤੀ ਨਹੀਂ ਹੋ ਸਕਦੀ। ਤੇ ਖੇਤ ਕੀ ਹੈ? ਤਨ ਖੇਤ ਹੈ, ਸਰੀਰ ਖੇਤ ਹੈ। ਸਰੀਰ ਖੇਤ ਹੈ, ਮਨ ਹਾਲੀ ਹੈ। ਖੇਤੀ ਕਰਨ ਵਾਲਾ, ਹਲ ਵਾਹੁਣ ਵਾਲੇ ਨੂੰ ਹਾਲੀ ਕਹਿੰਦੇ ਹਨ। ਤੇ ਸ਼ਰਮ ਦਾ ਪਾਣੀ ਹੈ। ਫਿਰ ਬੀਜਣਾ ਕੀ? ਨਾਮ ਬੀਜ, ਸੰਤੋਖ ਸੁਹਾਗਾ। ਸਰੀਰ ਰੂਪੀ ਖੇਤੀ ਵਿੱਚ ਨਾਮ ਦਾ ਬੀਜ ਬੀਜਣਾ ਹੈ, ਉੱਤੇ ਸੰਤੋਖ ਦਾ ਸੁਹਾਗਾ ਫੇਰਨਾ ਹੈ। ਜਿਵੇਂ ਬੀਜ ਖਿਲਾਰ ਕੇ ਆ ਕਣਕਾਂ ਬੀਜਣੀਆਂ ਅੱਜ ਕੱਲ੍ਹ ਦੇ ਦਿਨਾਂ 'ਚ, ਤੇ ਬੀਜ ਖਿਲਾਰ ਕੇ ਉੱਪਰ ਸੁਹਾਗਾ ਫੇਰ ਲਿਆ ਜਾਂਦਾ ਹੈ। ਉਹ ਕਾਸ ਵਾਸਤੇ, ਇਸ ਵਾਸਤੇ ਕਿ ਪੰਛੀ ਜੋ ਹਨ ਆਣ ਕੇ ਚੁਗਾ ਹੀ ਨਾ ਚੁਗ ਜਾਣ ਬੀਜ ਦਾ, ਆਨਾ ਨਾਜ ਹੀ ਨਾ ਖਾ ਜਾਣ। ਨਾਮ ਦਾ ਬੀਜ ਬੀਜਣਾ ਹੈ। ਫਿਰ ਸੰਤੋਖ ਵਿੱਚ ਰਹਿਣਾ। ਸੰਤੋਖ ਕੀ ਹੈ? ਜਥਾ ਲਾਭ ਤਥਾ ਸੰਤੁਸ਼ਟ। ਜਿੰਨਾ ਕੁ ਲਾਭ ਹੋ ਗਿਆ ਉਹਦੇ ਵਿੱਚ ਸੰਤੁਸ਼ਟ ਰਹਿਣਾ। ਜਿੰਨਾ ਕੁ ਫਾਇਦਾ ਹੋ ਗਿਆ ਕਾਰੋਬਾਰ ਵਿੱਚੋਂ, ਉਹਦੇ ਵਿੱਚ ਸੰਤੁਸ਼ਟ ਰਹਿਣਾ, ਖੁਸ਼ ਰਹਿਣਾ, ਇਹਨੂੰ ਸੰਤੋਖ ਕਹਿੰਦੇ ਹਨ। ਇਹ ਸੰਤੋਖ ਦਾ ਸੁਹਾਗਾ ਹੈ ਜੋ ਬੀਜ ਦੀ ਰੱਖਿਆ ਕਰਦਾ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਜਿਹੜਾ ਗਰੀਬੀ ਵੇਸ ਧਾਰਨ ਕਰਨਾ ਹੈ ਨਾ, ਇਹ ਸਮਝ ਲਓ ਇਸ ਖੇਤੀ ਦੀ ਰੱਖਿਆ ਕਰਨੀ ਹੈ। ਜਿਵੇਂ ਖੇਤੀ ਨੂੰ ਉਗਾ ਕੇ ਤੇ ਵਾੜ ਲਗਾ ਦਿੰਦੇ ਹਨ। ਪਹਿਲਾਂ ਬਹੁਤੇ ਪਸ਼ੂ ਹੁੰਦੇ ਅਵਾਰਾ, ਜਾਂ ਆਸ-ਪਾਸ ਜੰਗਲ ਵਿੱਚ ਵਿਚਰਨ ਵਾਲੇ ਹਰਨ ਇਤਿਆਦਿ ਆਣ ਕੇ ਉਜਾੜਾ ਕਰਿਆ ਕਰਦੇ ਸਨ, ਤੇ ਲੋਕ ਖੇਤਾਂ ਨੂੰ ਵਾੜ ਲਾ ਦਿੰਦੇ ਸਨ। ਜਾਂ ਕੋਈ ਲੋਕ ਪਿਆ ਇਤਿਆਦਿਕ ਨਾ ਪਾਉਣ, ਡੰਡੀ ਇਤਿਆਦਿਕ ਨਾ ਪਾਉਣ, ਰਾਹ ਨਾ ਬਣਾਉਣ, ਤਾਂ ਕਰਕੇ ਵਾੜ ਲਾ ਦਿੰਦੇ ਸਨ। ਅੱਜ ਕੱਲ੍ਹ ਜਿਵੇਂ ਸੋ ਇਸ ਪ੍ਰਕਾਰ ਲੋਹੇ ਦੀਆਂ ਬਣੀਆਂ ਹੋਈਆਂ ਕੰਡੇਦਾਰ ਤਾਰਾਂ ਆਉਂਦੀਆਂ ਨੇ, ਜਾਂ ਹੋਰ ਕਈ ਇਜਾਦ ਹੋ ਗਏ ਨੇ। ਪਹਿਲਾਂ ਕੀ ਕਰਦੇ ਸਨ? ਕਿੱਕਰ ਇਤਿਆਦਿਕ ਦੇ ਛਾਪੇ ਵੱਢ ਕੇ ਉਹਦੀ ਵਾੜ ਲਾ ਦਿਆ ਕਰਦੇ ਸਨ, ਤਾਂ ਕਿ ਪਸ਼ੂ ਪੰਛੀ ਜਾਨਵਰ ਜਾਂ ਰਾਹਗੀਰ ਜਿਹੜੇ ਨੇ ਇਹ ਉਜਾੜਾ ਨਾ ਕਰਨ। ਫਿਰ ਬੰਦਾ ਕਿਹਦੇ ਕਿਹਦੇ ਨਾਲ ਲੜੇ ਕਿ ਤੂੰ ਭਾਈ ਪੱਗ ਡੰਡੀ ਪਾਈ ਹੈ, ਤੂੰ ਕਿਉਂ ਲੰਘਿਆ। ਇੱਕ ਬੰਦਾ ਵੀ ਲੰਘ ਜਾਵੇ ਤੇ ਪੱਗ ਡੰਡੀ ਪੈ ਜਾਂਦੀ ਹੈ। ਹੌਲੀ ਹੌਲੀ ਲੋਕਾਂ ਦੀ ਆਦਤ ਬਣ ਜਾਂਦੀ ਹੈ। ਬੰਦਾ ਕਿਹਦੇ ਕਿਹਦੇ ਨਾਲ ਫਿਰ ਮਾੜਾ ਲਿਹਾਜ਼ ਕਰੇ। ਬਾਬਾ ਕਹਿੰਦੇ ਰੱਖ ਗਰੀਬੀ ਵੇਸ। ਜੋ ਗਰੀਬੀ ਵੇਸ ਧਾਰਨ ਕਰਨਾ ਹੈ, ਨਮਰਤਾ ਵਿੱਚ ਰਹਿਣਾ, ਸਾਧ ਮਰਾਦੇ ਜੇ ਗਰੀਬਾਂ ਵਾਲੇ ਕੱਪੜੇ ਪਾ ਕੇ ਗਰੀਬਾਂ ਵਾਲਾ ਖਾਣ ਪੀਣ ਪਹਿਰਾਣ ਤੇ ਗਰੀਬਾਂ ਵਾਂਗੂ ਮਸ਼ੱਕਤ ਕਰਨੀ ਹੈ ਨਾ ਜੀਵਨ ਵਿੱਚ, ਇਹ ਇਸ ਖੇਤੀ ਦੀ ਸਮਝ ਲਓ ਰੱਖਿਆ ਕਰਨੀ ਹੈ, ਵਾੜ ਲਾਉਣੀ ਹੈ, ਜਿਹਦੇ ਤੋਂ ਬਿਨਾਂ ਖੇਤੀ ਨਹੀਂ ਬਚ ਸਕਦੀ ਹੈ। ਹਰ ਆਦਮੀ ਸੋਚਦਾ ਮੈਂ ਬਾਦਸ਼ਾਹ ਹਾਂ, ਸੁੱਖ ਸਹੂਲੀਅਤ ਮੇਰੇ ਕੋਲ ਬਾਦਸ਼ਾਹ ਵਰਗੀ ਹੋਵੇ, ਤੇ ਜੀਵਨ ਚਰਿਆ ਸਰੀਰਕ ਤੌਰ ਤੇ ਬਿਮਾਰ ਨਾ ਹੋਣਾ, ਵਡੇਰੀ ਉਮਰਾਂ ਭੋਗਣੀ, ਮਜ਼ਬੂਤ ਸਰੀਰ ਹੋਣਾ, ਜਲਦੀ ਕੀਤਿਆਂ ਢਿੱਲੇ ਮੱਠੇ ਨਾ ਹੋਣਾ, ਇਹ ਵੀ ਮੈਨੂੰ ਦਾਤਾਂ ਮਿਲਣਾ।
ये बड़ा मुश्किल है। जे असीं सुख सहूलियत बादशाह वर्गी एयर कंडीशन विच रहना, सर्दी विच जरा जिन्नी भी शरीर नूं गर्मी ना लगन देनी, धुप ना लगन देनी, शरीर चों पसीना ना कढ़ना, असीं तां बीमार होवांगे ही होवांगे, हर हालत विच होवांगे। इहदे मुकाबले मजदूर नहीं बीमार हुंदा है छेती कीतिआं। 80-80 साल तक मजदूरी करने वाले लोग डिगदे नहीं हैं। तो इस प्रकार गरीबी वाला वेश रखना, गरीबी वाला थोड़ा खाना, रात नूं ते खास करके आम लोग कहते हैं कि सवेर का खाना बादशाह वाला होवे ते रात का खाना गरीब वाला होवे, बिल्कुल थोड़ा जिहा। शरीर नूं भी परहेज विच रखना, मन नूं भी परहेज विच रखना, ये रख करनी है, ये समझ लो वाड़ लाउणी है। भाओ कर्म कर जमसी से घर भागठ देख। महाराज कहते जिहड़े भाव सहित कर्म करने हैं, भाव कर्म करने, प्रेम दे सहित निष्काम कर्म करने हैं। महाराज कहते ये समझ लो जम्मी उगी खेती नूं जमाउणा, उगना है खेती ने, पुंगरना है। तो महाराज कहते जिन्हों ने ऐसी खेती बीजी है, से घर भागठ देख, वो घर धनाड़ तक्की दे हैं। महाराज अपने पिता जी नूं कहते बाबा माया साथ ना होए। बाबा पिता नूं कहते हैं, बापू नूं कहते हैं, जिन्हों अजकल पापा जां डैडी इत्यादि भी शब्द वरतते ने, पहला बाबा ही कहा करते सन। ये बड़ा सत्कार का शब्द है। मुसलमानां दे विच अज भी पिता नूं जां सहुरे पिता नूं इत्यादक बाबा कहते हैं। महाराज कहते बाबा माया साथ ना होए, ये माया नाल थोड़ा ना जाती किते। इन माया जग मोहया विरला बूझा कोए। इस माया ने जगत नूं मोहया होया, लट्टू कीता होया। आदमी ये ते गिरविदा है, फिदा है, ये ते कुर्बान हो जा रहा, सदके हो जा रहा। कोई विरला ही इस गल नूं बुझदा है। रहाओ फिर पिता जी ने कहा नानक चल होर नहीं कुछ, ते इत्थे ननकाणे राए भोए दी तलवंडी तैनूं दुकान ही पा दिन्ने, दुकान करिया कर। तो सतगुरां ने आख्या पिता जी मैं तो पहले ही दुकान करदा, हो सके तो तुसी भी ये दुकान करिया करो, ऐसे बाणीए बन जाओ। पिता जी ने कहा किहड़ी दुकान करदा भला, सानू भी तो दस। तो सतगुरां ने अगला पदा उचारण किया, हान हट कर आरजा। हान कहंदे ने नास, आरजा कहंदे ने उमर। जो उमरा का नाश हो रहा, उम्र घटती जा रही है ना, इस गल नूं समझ लेना, एहसास हो जाना कि उम्र घट रही है, सवास घटते जा रहे ने, ये समझ लो हट है, दुकान है। ये महसूस करना कि सवास घटते जा रहे। आदमी के पास किन्ने दमड़े ने, आदमी देखता रहिंदा है, और गाहे बगाहे बैंक बैलेंस भी चैक करता रहिंदा है, किन्ने घट गए ने, किन्ने वध गए ने। फिक्रमंद है आदमी। और मनोविग्यानी तो यह गल कहते हैं कि जिस आदमी की जेब दे विच दमड़े होण, कीमती कोई पद पदार्थ होवे, आदमी अचेतन मन विच उस पासे ध्यान जाता है, पता भी नहीं हुंदा कि हथ जा रहा उस पासे कि नहीं, वार वार जेब वाले पासे ध्यान जाता है। हर चीज जो ये नाल संबंध रखती है, आदमी उहदे बारे फिक्रमंद है, पर स्वासां बारे मनुख कोई फिक्रमंद नहीं है। महाराज जी ने बाणी विच आख्या है, अंधे जीवना विचार देख केते के देना। कहते जीवन की विचार करके देख केते के देना। कहते किन्ने दिन बतीत हो गए दुनिया ते आया, 364-65 दिन होंदे ने साल विच, ते किन्ने दिन हो गए। कहते विचार ही नहीं की। फिर दिन ते पहर, पहर ते करियां, आव घटा तन चीजै। दिनां तो पैर बन गए, पैरां तो घड़ियां बन गईयां, सवास बन गए। कहते देख ला तू कदी विचार ही नहीं की, किन्ने सवास घट गए। हान हट कर यार जा, सच नाम कर वथ।
ਸੋ ਇਸ ਪ੍ਰਕਾਰ ਵਾਹਿਗੁਰੂ ਜੀ ਦੇ ਸੱਚੇ ਨਾਮ ਦਾ ਜਪ ਕਰਨਾ, ਇਹ ਸਮਝ ਲਓ ਹੱਟੀ ਦੇ ਵਿੱਚ ਵਸਤੂ ਪਾਉਣੀ ਹੈ, ਸਮਾਨ ਪਾਉਣਾ ਹੈ, ਰਸਦ ਪਾਉਣੀ ਹੈ ਵੇਚਣ ਦੇ ਵਾਸਤੇ। ਫਿਰ ਸੁਰਤ ਸੋਚ ਕਰ ਭਾਂਡ ਸਾਲ। ਸੁਰਤ ਦੇ ਅਰਥ ਕੀਤੇ ਨੇ ਸ੍ਰੇਸ਼ਟ ਪ੍ਰੀਤੀ, ਤੇ ਸੋਚ ਦੇ ਅਰਥ ਕੀਤੇ ਨੇ ਸੁਚਮਤਾ। ਵਾਹਿਗੁਰੂ ਜੀ ਦੇ ਨਾਲ ਪ੍ਰੀਤੀ ਕਰਨੀ ਤੇ ਸੁਚਮਤਾ ਰੱਖਣੀ, ਵਿਵੇਕ ਰੱਖਣਾ, ਮਰਜ਼ਾਦਾ ਵਿੱਚ ਰਹਿਣਾ, ਸਫਾਈ ਰੱਖਣੀ। ਇਹ ਸਮਝ ਲਓ ਭਾਂਡ ਸਾਲ ਹੈ, ਭਾਂਡਸ਼ਾਲਾ। ਕਦੀ ਵੇਖਿਆ ਹੋਵੇਗਾ ਤੁਸੀਂ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਉੱਪਰ ਇੱਕ ਸਾਰ ਉਹਨਾਂ ਨੇ ਭਾਂਡੇ ਰੱਖੇ ਹੁੰਦੇ ਨੇ। ਕਿਸੇ ਵਿੱਚ ਹਲਦੀ ਪਾਈ ਹੁੰਦੀ, ਔਰ ਕਿਸੇ ਵਿੱਚ ਮਿਰਚ ਪਾਈ ਹੁੰਦੀ ਹੈ, ਕਿਸੇ ਵਿੱਚ ਖੰਡ ਪਾਈ ਹੁੰਦੀ ਹੈ, ਕਿਸੇ 'ਚ ਗੁੜ ਪਾਇਆ ਹੁੰਦਾ। ਨਿਰੰਤਰ ਉਹਨਾਂ ਨੇ ਉਹ ਸਜਾਈਆਂ ਹੁੰਦੀਆਂ ਨੇ ਭਾਂਡੇ ਦੀਆਂ ਬਣੀਆਂ ਹੋਈਆਂ ਸ਼ਾਲਾਂ। ਜੋ ਵਸਤੂ ਕੋਈ ਮੰਗਣ ਵਾਸਤੇ ਆਉਂਦਾ ਉਹਦੇ 'ਚੋਂ ਕੱਢ ਕੇ ਉਹ ਦੇ ਦਿੰਦੇ ਨੇ, ਧੋਲ ਕੇ, ਮਾਪ ਕੇ, ਤਰਾਜੂ ਕੰਡੇ ਵਿੱਚ ਪਾ ਕੇ। ਉਹਨੂੰ ਭਾਂਡਸਾਲ ਕਹਿੰਦੇ ਨੇ, ਭਾਂਡਿਆਂ ਦੀ ਸ਼ਾਲਾ, ਭਾਂਡਿਆਂ ਦਾ ਘਰ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਨਾਲ ਪ੍ਰੀਤੀ ਕਰਨੀ, ਔਰ ਸਰੀਰਕ ਤੌਰ ਤੇ ਪਵਿੱਤਰਤਾ ਰੱਖਣੀ, ਸੌਚ ਰੱਖਣੀ, ਆਪਣੇ ਸਰੀਰ ਨੂੰ ਵੀ ਸੰਜਮ ਵਿੱਚ ਰੱਖਣਾ। ਇਹ ਭਾਂਡਸਾਲ ਹੈ। ਔਰ ਤਿਸ ਵਿੱਚ ਤਿਸ ਨੂੰ ਰੱਖ, ਇਹ ਨਾਮ ਦੀ ਵਸਤੂ ਨੂੰ ਇਸ ਭਾਂਡਸ਼ਾਲਾ ਦੇ ਵਿੱਚ ਰੱਖ। ਵਣਜਾਰਿਆਂ ਸੇ ਵਣਜ ਕਰ, ਲੈ ਲਾਹਾ ਮਨ ਹੱਸ। ਤੇ ਜਿਹੜੇ ਨਾਮ ਦੇ ਵਣਜਾਰੇ ਨੇ ਉਹਨਾਂ ਦੇ ਨਾਲ ਵਣਜ ਕਰ, ਲਾਹਾ ਮਿਲੇਗਾ, ਹੱਸੇਗਾ, ਖੁਸ਼ ਹੋਵੇਗਾ। ਪਿਤਾ ਜੀ ਨੇ ਆਖਿਆ ਕਿ ਇਹਦਾ ਤੇ ਦੁਕਾਨ ਕਰਨ ਦਾ ਵੀ ਇਰਾਦਾ ਨਹੀਂ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰ, ਜੇ ਤੇਰੀ ਫਿਰਨ ਤੁਰਨ ਦੀ ਇੱਛਾ ਹੈ ਤੇ ਤੂੰ ਵਪਾਰੀ ਬਣ ਜਾ, ਘੋੜਿਆਂ ਦਾ ਵਪਾਰ ਕਰਿਆ ਕਰ, ਨਾਲੇ ਪ੍ਰਦੇਸ਼ਾਂ ਵਿੱਚ ਫਿਰ ਤੁਰ ਵੀ ਲਵੇਂਗਾ। ਵਿਦੇਸ਼ ਵਿੱਚੋਂ ਘੋੜੇ ਲਿਆ ਕੇ ਇੱਥੇ ਵੇਚ ਦਿੱਤੇ, ਇੱਥੋਂ ਦੇ ਪਸ਼ੂ ਉਧਰ ਜਾ ਕੇ ਵੇਚ ਦਿੱਤੇ, ਲਾਹਾ ਹੋਵੇਗਾ। ਮਹਾਰਾਜ ਜੀ ਨੇ ਫਿਰ ਕਿਹਾ ਕਿ ਪਿਤਾ ਜੀ ਮੈਂ ਤੇ ਪਹਿਲਾਂ ਹੀ ਵਪਾਰੀ ਹਾਂ ਘੋੜਿਆਂ ਦਾ, ਹੋ ਸਕੇ ਤਾਂ ਤੁਸੀਂ ਵੀ ਐਸੇ ਵਪਾਰੀ ਬਣੋ। ਕੈਸਾ ਵਪਾਰ? ਮਹਾਰਾਜ ਕਹਿੰਦੇ ਸੁਣ ਸਾਸਤ ਸੌਦਾਗਰੀ। ਸਾਸਤ ਮਤਲਬ ਧਰਮ ਦੇ ਗ੍ਰੰਥ, ਸ਼ਾਸਤਰ 6 ਹਨ ਹਿੰਦੂਆਂ ਦੇ, ਭਾਵ ਹੈ ਧਰਮ ਦੇ ਗ੍ਰੰਥ। ਸੋਈ ਸਾਸਤ ਸੌਣ ਸੋਏ ਜਿਤ ਜਪੀਏ ਹਰ ਨਾਉ, ਮਹਾਰਾਜ ਦੇ ਬਚਨ ਨੇ। ਉਹੀ ਅਸਲ ਵਿੱਚ ਸ਼ਾਸਤਰ ਹੈ ਜਿਹਨੂੰ ਪੜ੍ਹ ਕੇ ਅਸੀਂ ਪਰਮੇਸ਼ਰ ਦਾ ਨਾਮ ਜਪੀਏ, ਉਹ ਸ਼ਾਸਤਰ ਹਨ, ਭਾਵੇਂ 6 ਹੋਣ ਤੇ ਭਾਵੇਂ 60 ਹੋਣ। ਮਹਾਰਾਜ ਕਹਿੰਦੇ ਸੁਣ ਸਾਸਤ ਸੌਦਾਗਰੀ, 7 ਘੋੜੇ ਲੈ ਚੱਲ। ਜੋ ਸ਼ਾਸਤਰਾਂ ਨੂੰ ਸੁਣਨਾ ਹੈ, ਧਰਮ ਦੇ ਗ੍ਰੰਥਾਂ ਦੀ ਵਿਚਾਰ ਸੁਣਨੀ ਹੈ, ਇਹ ਮਹਾਰਾਜ ਕਹਿੰਦੇ ਮੇਰੇ ਲਈ ਸੌਦਾਗਰੀ ਹੈ, ਸੌਦਾਗਰ ਬਣਨਾ ਹੈ। ਤੇ 7 ਘੋੜੇ ਲੈ ਚੱਲ, 7 ਦੇ ਘੋੜੇ ਲੈ ਕੇ ਤੁਸੀਂ ਵੀ ਚੱਲੋ, ਮੈਂ ਵੀ ਚੱਲਦਾ ਹਾਂ। ਫਿਰ ਬੰਨ ਬਦੀਆਂ ਕਰ ਧਾਵਣੀ। ਸੋ ਸੁਣ ਸਾਸਤ ਸੌਦਾਗਰੀ, 7 ਘੋੜੇ ਲੈ ਚੱਲ। ਸੋ ਬੰਨ ਬਦੀਆਂ ਕਰ ਧਾਵਣੀ। ਮਹਾਰਾਜ ਦੇ ਬਚਨ ਨੇ ਸੁਣ ਸਾਸਤ ਸੌਦਾਗਰੀ, 7 ਘੋੜੇ ਲੈ ਚੱਲ। ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ। ਨਿਰੰਕਾਰ ਕੈ ਦੇਸ ਜਾਏ ਤਾਂ ਸੁਖ ਲਹੇ ਮਹੱਲ। ਫਿਰ ਜੋ ਬਦੀਆਂ ਨੂੰ ਬੰਨਣਾ ਹੈ, ਔਗਣਾਂ ਦਾ ਤਿਆਗ ਕਰਨਾ ਹੈ, ਇਹ ਸਮਝ ਲਓ ਖਰਚ ਬੰਨ ਚੰਗਿਆਈਆਂ। ਚੰਗਿਆਈਆਂ ਦਾ ਰਸਤੇ ਵਿੱਚ ਖਰਚਾ ਬੰਨਣਾ ਹੈ। ਪੁਰਾਣੇ ਜ਼ਮਾਨਿਆਂ ਵਿੱਚ ਲੋਕ ਵਪਾਰ ਕਰਿਆ ਕਰਦੇ ਸਨ, ਘੋੜਿਆਂ ਦਾ ਤਜ਼ਾਰਤ ਕਰਿਆ ਕਰਦੇ ਸਨ ਤਾਜ਼ਰ ਲੋਕ, ਤੇ ਰਸਤੇ ਦਾ ਖਰਚ, ਖਾਣ ਪੀਣ ਪਹਿਰਾਣ ਦਾ ਇੰਤਜ਼ਾਮ ਕਰਕੇ ਉਜਾਇਆ ਕਰਦੇ ਸਨ। ਇੱਥੋਂ ਤੱਕ ਜਿਹੜੇ ਪੁਰਾਣੇ ਵਪਾਰੀ ਲੋਕ ਹੋਇਆ ਕਰਦੇ ਸਨ, ਉਹਨਾਂ ਨੇ ਥੋੜ੍ਹੀ ਬਹੁਤੀ ਆਪਣੀ ਫੌਜ ਵੀ ਨਾਲ ਰੱਖੀ ਹੁੰਦੀ ਸੀ, ਜਿਨ੍ਹਾਂ ਨੂੰ ਬਕਾਇਦਾ ਉਹ ਤਨਖਾਹ ਦਿਆ ਕਰਦੇ ਸਨ। ਉਹਨਾਂ ਦੇ ਵਾਸਤੇ ਮਰਨ ਵਾਸਤੇ ਵੀ ਉਹ ਫੌਜ ਤਿਆਰ ਹੁੰਦੀ ਸੀ। ਐਸਾ ਉਹਨਾਂ ਨੇ ਇੰਤਜ਼ਾਮ ਕੀਤਾ ਹੁੰਦਾ ਸੀ। ਤਾਂ ਮਹਾਰਾਜ ਕਹਿੰਦੇ ਨੇ ਇਸ ਪ੍ਰਕਾਰ 7 ਦੇ ਘੋੜੇ ਲੈ ਕੇ ਚੱਲਣਾ, ਇਹ ਮੈਂ ਵਪਾਰ ਕਰਦਾ ਹਾਂ। ਔਰ ਇਸੇ ਪ੍ਰਕਾਰ ਖਰਚ ਬੰਨ ਚੰਗਿਆਈਆਂ, ਜੋ ਚੰਗਿਆਈਆਂ ਕਰਨੀਆਂ ਹਨ, ਨੇਕੀਆਂ ਕਰਨੀਆਂ ਹਨ, ਇਹ ਮੈਂ ਖਰਚ ਬੰਨਿਆ ਹੋਇਆ ਹੈ ਰਸਤੇ ਦਾ। ਮਤ ਮਨ ਜਾਣੇ ਕੱਲ, ਤੇ ਮੈਂ ਉਦਮ ਕਰਦਾ ਹਾਂ, ਉਦਮੀ ਹਾਂ। ਇਹ ਨਹੀਂ ਸੋਚਦਾ ਕਿ ਕੱਲ ਜਾਵਾਂਗਾ, ਅੱਜ ਇੱਥੇ ਠਹਿਰ ਜਾਵਾਂ। ਨਾ, ਵਪਾਰੀ ਜਿਹੜਾ ਹੈ ਉਹਦੇ ਵਾਸਤੇ ਬਹੁਤ ਉਦਮ ਚਾਹੀਦਾ ਹੈ। ਜਿਹਨੇ ਸਫ਼ਰ ਤੈਅ ਕਰਨਾ ਹੈ, ਸਵੇਰੇ ਚੱਲੇ, ਬਸ ਦੁਪਹਿਰ ਹੋਣ ਤੋਂ ਪਹਿਲਾਂ ਪਹਿਲਾਂ ਕਿਸੇ
ਸਰਾਂ ਦੇ ਵਿੱਚ ਪਹੁੰਚ ਜਾਵੇ, ਕਿਸੇ ਮੁਕਾਮ ਤੇ ਪਹੁੰਚ ਜਾਵੇ, ਦੁਪਹਿਰ ਨੂੰ ਆਰਾਮ ਕਰੇ, ਸ਼ਾਮ ਤੱਕ ਫਿਰ ਚੱਲੇ ਤੇ ਰਾਤ ਨੂੰ ਫਿਰ ਕਾਰਵਾਂ ਸਰਾਂ ਦੇ ਵਿੱਚ ਰੁਕ ਜਾਵੇ। ਇਸ ਤਰ੍ਹਾਂ ਉਹ ਉਦਮੀ ਹੋਵੇ ਜੋ ਵਪਾਰੀ ਹੈ। ਆਲਸੀ ਬੰਦਾ ਵਪਾਰੀ ਨਹੀਂ ਹੋ ਸਕਦਾ, ਬਿਜ਼ਨਸ ਨਹੀਂ ਸੰਭਾਲ ਸਕਦਾ। ਮਹਾਰਾਜ ਕਹਿੰਦੇ ਮੈਂ ਐਸਾ ਬਿਜ਼ਨਸਮੈਨ ਬਣਿਆ, ਸੌਦਾਗਰ ਬਣਿਆ, ਵਪਾਰੀ ਬਣਿਆ ਹੋਇਆ ਕਿ ਮਤ ਮਨ ਜਾਣੇ ਕੱਲ, ਮੈਂ ਕੋਈ ਵੀ ਕੰਮ ਕੱਲ ਤੇ ਨਹੀਂ ਪਾਉਂਦਾ, ਉਦਮੀ ਹੋ ਰਹੇ ਹਾਂ। ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹੇ ਹੈ ਮਹੱਲ। ਜੇ ਮੈਂ ਐਸਾ ਵਪਾਰ ਕਰਾਂਗਾ ਤੇ ਨਿਰੰਕਾਰ ਦੇ ਦੇਸ਼ ਵਿੱਚ ਜਾਵਾਂਗਾ। ਭਾਈ ਤੁਸੀਂ ਵੀ ਐਸਾ ਵਪਾਰ ਕਰੋ ਤਾਂ ਰੱਬ ਦੇ ਦੇਸ਼ ਵਿੱਚ, ਜਿੱਥੇ ਰੱਬ ਵਸਦਾ ਹੈ ਨਾ, ਸੱਚਖੰਡ ਵਸਿਆ ਨਿਰੰਕਾਰ, ਉਸ ਦੇਸ਼ ਦੇ ਤੁਸੀਂ ਵੀ ਵਾਸੀ ਹੋ ਜਾਓਗੇ। ਤਾਂ ਸੁਖ ਲਹੇ ਹੈ ਮਹੱਲ, ਰੱਬ ਦੇ ਮਹੱਲਾਂ ਵਿੱਚ ਸੁੱਖ ਮਿਲ ਜਾਵੇਗਾ। ਫਿਰ ਪਿਤਾ ਜੀ ਨੇ ਜਾਣਿਆ ਕਿ ਇਹਨੇ ਤਾਂ ਲੱਗਦਾ ਵਪਾਰ ਵੀ ਨਹੀਂ ਕਰਨਾ, ਹੋਵੇ ਨਾ ਇਹਨੂੰ ਨੌਕਰੀ ਰਖਵਾ ਦਈਏ, ਨੌਕਰੀ ਕੋਈ ਕਰ ਲਵੇ, ਕੋਈ ਚੱਕਰੀ ਕਰ ਲਵੇ, ਇਸ ਪ੍ਰਕਾਰ ਨਫਰੀ ਕਰ ਲਵੇ। ਮਹਾਰਾਜ ਜੀ ਨੇ ਕਿਹਾ ਨਹੀਂ, ਮੈਂ ਤੇ ਪਹਿਲਾਂ ਹੀ ਨੌਕਰ ਬਣਿਆ ਹੋਇਆ, ਚੱਕਰ ਬਣਿਆ ਹੋਇਆ ਗੋਬਿੰਦ ਜੀ ਦਾ, ਮੈਂ ਕੀ ਨੌਕਰੀ ਕਰਨੀ। ਲਾਏ ਚਿੱਤ ਕਰ ਚੱਕਰੀ, ਮਨ ਨਾਮ ਕਰ ਕੰਮ। ਕਿਹਾ ਜੋ ਮਹਾਰਾਜ ਜੀ ਦੇ ਨਾਲ, ਪਰਮੇਸ਼ਰ ਦੇ ਨਾਲ ਚਿੱਤ ਲਾਉਣਾ ਹੈ, ਸੁਰਤੀ ਬਿਰਤੀ ਨੂੰ ਜੋੜਨਾ ਹੈ, ਇਹ ਚੱਕਰੀ ਹੈ। ਚੱਕਰੀ ਦੇ ਅਰਥ ਹੁੰਦਾ ਚਾਅ ਕਰੀ, ਜੋ ਚਾਅ ਦੇ ਨਾਲ ਕੀਤੀ ਜਾਵੇ ਉਹਨੂੰ ਚੱਕਰੀ ਕਹਿੰਦੇ ਹਨ। ਤੇ ਨੌਕਰੀ ਦਾ ਅਰਥ ਹੁੰਦਾ ਜੋ ਦਸਾਂ ਨੌਹਾਂ ਦੇ ਨਾਲ ਕੀਤੀ ਜਾਵੇ, ਮਤਲਬ ਸਿਰਫ ਸਰੀਰ ਦੇ ਨਾਲ ਕੀਤੀ ਜਾਵੇ, ਜਿਹਦਾ ਮਨ ਦੇ ਨਾਲ ਕੋਈ ਸੰਬੰਧ ਨਾ ਹੋਵੇ, ਉਹਨੂੰ ਨੌਕਰੀ ਕਹਿੰਦੇ ਹਨ। ਮਹਾਰਾਜ ਕਹਿੰਦੇ ਮੈਂ ਨੌਕਰ ਨਹੀਂ, ਬਲਕਿ ਮੈਂ ਤੇ ਚਾਕਰ ਹਾਂ। ਔਰ ਆਪਣੀ ਚਿੱਤ ਦੀ ਬਿਰਤੀ ਨੂੰ, ਚਿੱਤ ਨੂੰ, ਅੰਦਰ ਦੇ ਖਿਆਲਾਂ ਨੂੰ ਮਹਾਰਾਜ ਜੀ ਦੇ ਨਾਲ ਜੋ ਜੋੜਨਾ ਹੈ, ਇਹ ਸਮਝ ਲਓ ਚੱਕਰੀ ਕਰਨੀ ਹੈ। ਲਾਏ ਚਿੱਤ ਕਰ ਚੱਕਰੀ। ਫਿਰ ਮਨ ਨਾਮ ਕਰ ਕੰਮ, ਮਹਾਰਾਜ ਦੇ ਨਾਮ ਦਾ ਮੰਨਣ ਕਰਨਾ ਜੋ ਹੈ, ਇਹ ਮੈਂ ਕੰਮ ਕਰ ਰਹੇ ਹਾਂ। ਬੰਨ ਬਦੀਆਂ ਕਰ ਧਾਵਣੀ, ਤਾਂ ਕੋ ਆਖੈ ਧਨ। ਜੋ ਬਦੀਆਂ ਨੂੰ ਬੰਨ ਦੇਣਾ ਹੈ, ਔਗਣਾਂ ਦਾ ਤਿਆਗ ਕਰ ਦੇਣਾ ਹੈ, ਇਹ ਮੇਰੇ ਲਈ ਧਾਵਣੀ ਹੈ, ਧੌਣਾ ਹੈ, ਦੌੜਨਾ, ਨੱਸਣਾ ਹੈ, ਉਦਮੀ ਹੋਣਾ ਹੈ। ਤੇ ਤਾਂ ਕੋ ਆਖੈ ਧਨ। ਮਹਾਰਾਜ ਕਹਿੰਦੇ ਜੇ ਕੋਈ ਐਸਾ ਚੱਕਰ ਬਣ ਜਾਵੇ, ਐਸਾ ਨਫਰ ਬਣ ਜਾਵੇ, ਐਸਾ ਨੌਕਰ ਬਣ ਜਾਵੇ ਕਿ ਉਦਮੀ ਹੋਵੇ, ਚਿੱਤ ਲਾ ਕੇ ਔਰ ਮੰਨਣ ਕਰੇ ਤੇ ਬਦੀਆਂ ਨੂੰ ਬੰਨ ਲਵੇ, ਮਹਾਰਾਜ ਕਹਿੰਦੇ ਐਸਾ ਨੌਕਰ, ਐਸਾ ਚੱਕਰ, ਐਸਾ ਨਫਰ ਧਨ ਹੈ, ਧਨਤਾ ਦੇ ਯੋਗ ਹੈ। ਜੇ ਕੋਈ ਐਸਾ ਚੱਕਰ ਬਣ ਜਾਵੇ ਕਿ ਬਦੀਆਂ ਨੂੰ ਬੰਨ ਲਵੇ, ਔਗਣਾਂ ਨੂੰ ਕੰਟਰੋਲ ਵਿੱਚ ਰੱਖੇ, ਸੰਜਮ ਵਿੱਚ ਰੱਖੇ। ਸਾਡੇ ਉਸਤਾਦ ਮਹਾਂਪੁਰਖ ਬਜ਼ੁਰਗ ਲੋਕ ਦੱਸਿਆ ਕਰਦੇ ਸਨ ਕਿ ਜੇ ਕੋਈ ਵੀ ਵਿਅਕਤੀ ਜਿਸ ਨੂੰ ਕੋਈ ਔਗਣ ਹੋਵੇ, ਖਾਣ ਦਾ, ਵੇਖਣ ਦਾ, ਭੋਗਣ ਦਾ, ਬੋਲਣ ਦਾ, ਕੋਈ ਵੀ ਔਗਣ ਹੋਵੇ, ਪੰਜ ਵਿਸ਼ਾ ਦੇ ਨਾਲ ਸੰਬੰਧ ਰੱਖਦਾ ਹੋਇਆ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਜੇ ਉਹਦੇ ਉੱਪਰ ਇੱਕ ਵਾਰ ਵੀ ਆਦਮੀ ਕੰਟਰੋਲ ਕਰ ਲਵੇ, ਜੇ ਆਦਤ ਹੈ ਸਾਨੂੰ ਕੁਛ ਭੈੜਾ ਵੇਖਣ ਦੀ, ਭੈੜਾ ਸੁਣਨ ਦੀ, ਭੈੜਾ ਸੁੰਘਣ ਦੀ, ਭੈੜਾ ਬੋਲਣ ਦੀ, ਸੁਣਨ ਦੀ, ਇਤਿਆਦਿਕ, ਇੱਕ ਵਾਰੀ ਵੀ ਉਹਦੇ ਤੇ ਸੰਜਮ, ਪਰਹੇਜ਼ ਰੱਖ ਲਵੇ ਕੋਈ ਵਿਅਕਤੀ, ਕੋਈ ਵੀ ਸਰੀਰ ਮਾਈ ਭਾਈ, ਤਾਂ ਕੁਝ ਸਮੇਂ ਲਈ ਉਹ ਔਗਣ ਮੁੱਖ ਮੋੜ ਲੈਂਦੇ ਹਨ। ਤੇ ਐਸਾ ਵੀ ਵਕਤ ਆਉਂਦਾ ਹੈ ਕਿ ਆਦਮੀ ਕਿਤੇ ਆਪਣੇ ਸਰੀਰ ਉੱਪਰ ਸਾਲ ਭਰ ਪਰਹੇਜ਼ ਰੱਖ ਲਵੇ, ਸੰਜਮ ਰੱਖ ਲਵੇ, ਇੱਕ ਸਾਲ ਭਰ ਕਿਤੇ ਔਖਾ ਸੌਖਾ, ਤੇ ਸਰੀਰ ਦੀ ਜੋ ਬਿਰਤੀ ਹੈ, ਸਰੀਰ ਦੀ ਪ੍ਰਕਿਰਤੀ ਜੋ ਹੈ, ਇਹ ਧਾਰਮਿਕ ਬਣ ਜਾਂਦੀ ਹੈ। ਅਸੀਂ ਸੋਚਦੇ ਹਾਂ ਸ਼ਾਇਦ ਔਗਣ ਛੱਡੇ ਨਹੀਂ ਜਾ ਸਕਦੇ ਹਨ, ਨਿੰਦਿਆ ਛੱਡੀ ਨਹੀਂ ਜਾ ਸਕਦੀ ਹੈ, ਚੁਗਲੀ ਛੱਡੀ ਨਹੀਂ ਜਾ ਸਕਦੀ ਹੈ, ਭੈੜਾ ਸੁਣਨਾ, ਵੇਖਣਾ, ਵਿਚਾਰਨਾ, ਪੜ੍ਹਨਾ, ਬੋਲਣਾ ਸ਼ਾਇਦ ਛੱਡਿਆ ਨਹੀਂ ਜਾ ਸਕਦਾ ਹੈ। ਐਸਾ ਨਹੀਂ ਹੈ। ਕਲਯੁਗ ਦੀ ਮਾਰ ਹੈ, ਹਰ ਆਦਮੀ ਸਾਨੂੰ ਔਗਣ ਵਾਲਾ ਦਿਖਾਈ ਦਿੰਦਾ, ਤੇ ਅਸੀਂ ਸੋਚਦੇ ਹਾਂ ਸ਼ਾਇਦ ਗੁਨਾਹ ਵਾਲਾ ਕੋਈ ਹੋ ਹੀ ਨਹੀਂ ਸਕਦਾ। ਬਾਣੀ ਵਿੱਚ ਮਹਾਰਾਜ ਜੀ ਨੇ ਫਰਮਾਇਆ ਹੈ, ਮਾਰਹਿ ਏਕੈ ਤਦ ਜਾਏ ਘਣੈ। ਜੇ ਆਦਮੀ ਇੱਕ ਔਗਣ ਨੂੰ ਮਾਰ ਲਵੇ ਤੇ ਬਹੁਤੇ ਔਗਣ ਉਦਾਂ ਹੀ ਸਾਥ ਛੱਡ ਕੇ ਚਲੇ ਜਾਂਦੇ ਨੇ। ਇੱਕ ਔਗਣ ਨੂੰ ਮਾਰ ਲਵੇ, ਬਸ ਇੱਕੋ ਹੀ ਔਗਣ ਕੋਈ ਵੀ ਹੈ, ਜੋ ਔਗਣ ਮਾਰਨਾ ਸਭ ਤੋਂ ਸਾਨੂੰ ਸੌਖਾ ਲੱਗਦਾ ਹੈ, ਉਹਨੂੰ ਮਾਰ ਲਈਏ, ਬਹੁਤੇ ਔਗਣ ਸਾਡਾ ਖਹਿੜਾ ਛੱਡ ਜਾਂਦੇ ਨੇ।
ਮਹਾਰਾਜ ਕਹਿੰਦੇ ਇਸ ਪ੍ਰਕਾਰ ਬੰਨ ਬਦੀਆਂ ਕਰ ਧਾਵਣੀ ਤਾਂ ਕੋ ਆਖੈ ਧੰਨ, ਨਾਨਕ ਵੇਖੈ ਨਦਰ ਕਰ ਚੜ੍ਹੈ ਚਵੱਗਣ ਵੰਨ। ਮਹਾਰਾਜ ਕਹਿੰਦੇ ਜੇ ਮਾਲਕ ਨਦਰ ਅਨਾਇਤ ਦੇ ਨਾਲ ਦੇਖ ਲਵੇ ਤਾਂ ਐਸੇ ਨਾਮ ਜਪਣ ਵਾਲੇ, ਹਿੰਮਤ ਕਰਨ ਵਾਲੇ, ਐਸੇ ਹਾਲੀ ਨੂੰ, ਐਸੇ ਬਾਣੀਏ ਨੂੰ, ਔਰ ਇਸੇ ਪ੍ਰਕਾਸ਼ ਐਸੇ ਚਾਕਰ ਨੂੰ, ਐਸੇ ਸੌਦਾਗਰ ਨੂੰ ਨਾਮ ਦਾ ਚਵੱਗਣ ਚੌਗੁਣਾ ਰੰਗ ਚੜ੍ਹਦਾ ਹੈ। ਨਾਮ ਦੀ ਬਰਕਤ ਉਹਦੇ ਹਿਰਦੇ ਵਿੱਚ ਸਮਾਈ ਜਾਂਦੀ ਹੈ। ਇਹ ਮਹਾਰਾਜ ਨੇ ਅੰਮ੍ਰਿਤ ਵੇਲੇ ਤਖਤ ਸਾਹਿਬ ਜੀ ਤੋਂ, ਅਵਤਾਰਿਆ ਸਥਾਨ ਜਨਮ ਸਥਾਨ ਤੋਂ ਹੁਕਮਨਾਮਾ ਸਾਡੇ ਤਾਈਂ ਆਖਿਆ। ਇਸ ਦੇ ਨਾਲ ਹੀ ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰਸ਼ਬਦ ਵਿਚਾਰ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਗੁਰਬਾਣੀ ਦੀ ਲੜੀਵਾਰ ਵਿਚਾਰ ਕਥਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ 1258 ਅੰਗ ਦੇ ਉੱਪਰ ਲੜੀਵਾਰ ਕਥਾ ਚੱਲ ਰਹੀ ਹੈ। ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਪਰ ਆਰੰਭ ਹੈ। ਕੱਲ ਦੇ ਦੀਵਾਨ ਵਿੱਚ ਇੱਕ ਸ਼ਬਦ 4 ਪਦਿਆਂ ਵਾਲਾ ਤੇ 'ਤੇ ਤੁੱਕਾ ਸ਼ਬਦ ਜੋ ਵਡੇਰਾ ਸੀ ਸੰਪੂਰਨ ਹੋਇਆ ਸੀ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਵੇਂ ਅੱਗੇ ਕਿਰਪਾ ਕਰਕੇ ਉਪਦੇਸ਼ ਦਿੰਦੇ ਨੇ, ਆਓ ਜਿਤਨੇ ਵੀ ਮਾਈ ਭਾਈ ਬਿਰਧ ਬਾਲਕ ਗਰੀਬ ਨਿਵਾਜ ਮਹਾਰਾਜ ਜੀ ਕੀ ਪਵਿੱਤਰ ਗੋਦ ਮੋਂ ਸੁਭਾਇਮਾਨ ਹੋकर ਮਹਾਰਾਜ ਜੀ ਦੇ ਚਰਨਾਂ ਦਾ ਲਾਹਾ ਲੈ ਰਹੇ ਹੋ ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਰਦਰਸ਼ਨ ਦੂਰ ਸਰਵਣ ਭਾ ਮੀਡੀਆ ਦੇ ਜ਼ਰੀਏ ਮਹਾਰਾਜ ਦੀ ਕਥਾ ਦੇ ਨਾਲ ਜੁੜ ਰਹੇ ਹੋ। ਆਓ ਭਾਈ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਵਿਚਾਰ ਕਥਾ ਦੇ ਨਾਲ ਜੁੜੋ, ਇਕਾਗਰਤਾ ਬਣਾਓ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੋ। ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਮਲਾਰ ਮਹੱਲਾ ਤੀਜਾ। ਜਿਨੇ ਹੁਕਮ ਪਛਾਣਿਆ ਸੇ ਮੇਲੇ ਹਉ ਮੈਂ ਸ਼ਬਦ ਜਲਾਏ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਿਮਾਣਿਆਂ ਨਿਤਾਣਿਆਂ ਦੇ ਮਾਣ ਤਾਣ ਨਿਓਟਿਆਂ ਦੀ ਓਟ ਸਤਿਗੁਰੂ ਅਨਾਥਾਂ ਯਤੀਮਾਂ ਬੇਸਹਾਰਿਆਂ ਦਾ ਸਹਾਰਾ ਗਰੀਬ ਨਿਵਾਜ ਸ੍ਰੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜੀ ਨੂੰ ਪੁੱਛਿਆ, ਸਤਿਗੁਰੂ ਮਾਲਕ ਆਪਣੇ ਨਾਲ ਕਿਹਨਾਂ ਨੂੰ ਮਿਲਦਾ ਹੈ? ਵਾਹਿਗੁਰੂ ਜੀ ਦੇ ਨਾਲ ਕੌਣ ਮਿਲਦੇ ਹਨ? ਆਪ ਜੀ ਕਿਰਪਾ ਕਰਕੇ ਦੱਸੋ। ਤੋ ਗਰੀਬ ਨਿਵਾਜ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ ਮਾਲਕ ਦੇ ਨਾਲ ਉਹ ਮਿਲ ਸਕਦੇ ਨੇ ਜਿਨ੍ਹਾਂ ਨੇ ਮਾਲਕ ਦੇ ਹੁਕਮ ਨੂੰ ਪਛਾਣਿਆ, ਉਹਦੇ ਹੁਕਮ ਦੇ ਵਿੱਚ ਰਹਿੰਦੇ ਨੇ, ਹੁਕਮੀ ਬੰਦੇ ਹੋ ਕੇ ਰਹਿੰਦੇ ਨੇ, ਉਹਦੀ ਰਜ਼ਾ ਵਿੱਚ ਰਾਜੀ ਰਹਿੰਦੇ ਹਨ। ਦੁੱਖ ਭੁੱਖ ਆ ਗਈ, ਗਰੀਬੀ ਆ ਗਈ, ਕੋਈ ਬਿਮਾਰੀ ਇਤਿਆਦਿਕ ਆ ਗਈ, ਕੋਈ ਚਾਲਾ ਵੀ ਮਾਰ ਗਿਆ ਪਰਿਵਾਰ ਵਿੱਚੋਂ, ਫਿਰ ਵੀ ਉਹਦੀ ਰਜ਼ਾ ਵਿੱਚ ਰਾਜੀ ਰਹਿਣਾ। ਮੁਸੀਬਤ ਨੂੰ ਵੀ ਰੱਬ ਦੀ ਦਾਤ ਸਮਝਣਾ, ਉਹਦੇ ਹੁਕਮ ਦੇ ਵਿੱਚ ਰਹਿਣਾ। ਸਿੱਖੀ ਤੇ ਭਾਈ ਹੈ ਹੀ ਹੁਕਮ ਦੀ ਹੈ। ਹਰ ਕਰਮ ਵਿੱਚ ਮਾਲਕ ਦਾ ਹੁਕਮ ਜਾਣਨਾ ਕਿ ਇਹ ਵੀ ਉਹਦਾ ਹੁਕਮ ਹੀ ਹੈ। ਸਾਧ ਸੰਗਤ ਜੀ, ਐਸੇ ਸਰੀਰ ਮਹਾਰਾਜ ਨੂੰ ਮਿਲ ਜਾਂਦੇ ਜੋ ਉਹਦੇ ਹੁਕਮ ਵਿੱਚ ਰਹਿੰਦੇ, ਹੁਕਮੀ ਬੰਦੇ ਹੋ ਕੇ ਰਹਿੰਦੇ ਹਨ। ਪਹਿਲੀ ਗੱਲ। ਔਰ ਦੂਸਰਾ, ਹਉਮੈ ਸ਼ਬਦ ਜਲਾਏ। ਫਿਰ ਜੇ ਹੁਕਮ ਦਾ ਮੰਨਣ ਵੀ ਕਰਨਾ ਤੇ ਮਨ ਵਿੱਚ ਸੂਖਮ ਹਉਮੈ ਵੀ ਨਾ ਆਉਣ ਦੇਣੀ, ਸੂਖਮ ਜਿਹਾ ਖਿਆਲ ਵੀ ਨਾ ਹਿਰਦੇ ਵਿੱਚ ਆਉਣ ਦੇਣਾ ਕਿ ਖੌਰੇ ਮੈਂ ਬੜਾ ਵੱਡਾ ਹੁਕਮੀ ਬੰਦਾ ਹਾਂ, ਮੈਂ ਆ ਵੀ ਹੁਕਮ ਮੰਨ ਲਿਆ ਹੈ, ਆ ਵੀ ਆਗਿਆ ਦਾ ਪਾਲਨ ਕਰ ਲਿਆ ਹੈ। ਸੂਖਮ ਖਿਆਲ ਵੀ ਮਨ ਵਿੱਚ ਨਾ ਆਉਣ ਦੇਣਾ। ਜੇ ਕਿਤੇ ਮਨ ਵਿੱਚ ਖਿਆਲ ਸੂਖਮ ਆ ਵੀ ਜਾਵੇ ਹਉਮੈ ਇਤਿਆਦਿਕ ਦਾ ਕਿ ਮੈਂ ਆਹ ਬਚਨ ਪਾਲਿਆ ਹੈ, ਆਹ ਸਿੱਖਿਆ ਮਹਾਰਾਜ ਦੀ ਮੰਨ ਲਈ ਹੈ, ਉਸੇ ਵੇਲੇ ਰਸਨਾ ਦੇ ਨਾਲ ਵਾਹਿਗੁਰੂ 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 ਰਸਨਾ ਦੇ ਨਾਲ ਬੋਲ ਕੇ, ਸਿਰ ਝੁਕਾ ਕੇ, ਹੱਥ ਜੋੜ ਕੇ, ਜਾਂ ਜਿੱਥੇ ਵੀ ਬੈਠੇ ਆ ਮਨ ਹੀ ਮਨ ਮਾਫੀ ਮੰਗ ਲੈਣੀ। ਮਹਾਰਾਜ ਬਹੁਤ ਵੱਡੀ ਗਲਤੀ ਹੋ ਗਈ, ਮਨ ਵਿੱਚ ਹਉਮੈ ਆ ਗਈ, ਮੈਨੂੰ ਬਖਸ਼ ਲਿਓ ਮਹਾਰਾਜ। ਇਸ ਪ੍ਰਕਾਰ ਐਸੀ ਜਿਹੜੀ ਸਾਧ ਸੰਗਤ ਜੀ ਮਹਾਰਾਜ ਦੇ ਪ੍ਰਤੀ ਸਮਰਪਣ ਭਾਵਨਾ ਦੀ ਬਿਰਤੀ ਹੈ, ਇਹ ਸਾਨੂੰ ਮਹਾਰਾਜ ਦੇ ਨਾਲ ਮਿਲਦੀ ਹੈ। ਮਹਾਰਾਜ ਕਹਿੰਦੇ ਜਿੰਨੀ ਹੁਕਮ ਪਛਾਣਿਆ ਸੇ ਮੇਲੇ
ਹਉਮੈ ਸ਼ਬਦ ਜਲਾਏ। ਜਿਨ੍ਹਾਂ ਨੇ ਮਾਲਕ ਦੇ ਹੁਕਮ ਨੂੰ ਪਛਾਣਿਆ ਤੇ ਹਉਮੈ ਨੂੰ ਗੁਰੂ ਦੇ ਸ਼ਬਦ ਦੁਆਰਾ ਸਾੜਿਆ ਹੈ, ਉਹ ਗੁਰਮੁਖ ਰੱਬ ਦੇ ਨਾਲ ਮਿਲ ਗਏ ਹਨ। ਸੱਚੀ ਭਗਤ ਕਰਹਿ ਦਿਨ ਰਾਤੀ, ਸੱਚ ਰਹੇ ਲਿਵ ਲਾਏ। ਮਹਾਰਾਜ ਕਹਿੰਦੇ ਮਾਲਕ ਦੀ ਸੱਚੀ ਭਗਤੀ ਕਰਦੇ ਹਨ ਤੇ ਦਿਨ ਰਾਤੀ ਉਹਦੀ ਭਗਤੀ ਕਰਦੇ ਹਨ, ਔਰ ਸੱਚ ਰਹੇ ਲਿਵ ਲਾਏ। ਉਹਨਾਂ ਦੀ ਸੁਰਤੀ ਬਿਰਤੀ, ਉਹਨਾਂ ਦੀ ਲਿਵ ਸੱਚੇ ਵਾਹਿਗੁਰੂ ਜੀ ਦੇ ਨਾਲ ਜੁੜੀ ਰਹਿੰਦੀ ਹੈ। ਜੋ ਐਸੇ ਹੁਕਮ ਦਾ ਪਾਲਨ ਕਰਦੇ ਨੇ ਤੇ ਹਉਮੈ ਨੂੰ ਹਿਰਦੇ ਵਿੱਚੋਂ ਮਾਰ ਦਿੰਦੇ ਹਨ। ਸਦਾ ਸੱਚ ਹਰ ਵੇਖਦੇ, ਗੁਰ ਕੈ ਸ਼ਬਦ ਸੁਭਾਏ। ਮਹਾਰਾਜ ਕਹਿੰਦੇ ਸਦਾ ਹੀ ਉਹ ਸੱਚੇ ਮਹਾਰਾਜ ਨੂੰ, ਸੱਚੇ ਪਰਮੇਸ਼ਰ ਨੂੰ ਵੇਖਦੇ ਹਨ। ਸਭ ਥਾਵਾਂ ਤੋਂ, ਹਰ ਜਗ੍ਹਾ ਤੋਂ, ਹਰ ਮਨੁੱਖ ਵਿੱਚੋਂ, ਹਰ ਜੀਵ ਜੰਤੂ ਵਿੱਚੋਂ ਮਾਲਕ ਨੂੰ ਹੀ ਦੇਖਦੇ ਹਨ। ਉਹ ਮਾਲਕ ਤੋਂ ਬਿਨਾਂ ਕੁਝ ਵੀ ਦਿਖਦਾ ਨਹੀਂ ਹੈ ਉਹਨਾਂ ਨੂੰ। ਗੁਰ ਕੈ ਸ਼ਬਦ ਸੁਭਾਏ, ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਸੁਭਾਏ ਸੁਤੇ ਸੇਧੀ, ਸ੍ਰੇਸ਼ਟ ਪ੍ਰੇਮ ਦੇ ਨਾਲ ਵਾਹਿਗੁਰੂ ਜੀ ਨੂੰ ਦੇਖਣੇ ਦੇ ਉਹਦੀ ਹੋਂਦ ਮਹਿਸੂਸ ਹੋ ਜਾਂਦੀ ਹੈ। ਜੇ ਨਾਮ ਜਪੇ, ਕੋਈ ਸਿਮਰਨ ਕਰੇ, ਉਹਦੀ ਆਗਿਆ ਵਿੱਚ ਰਹੇ, ਔਗਣ ਨਾ ਆਉਣ ਦੇਵੇ ਹਿਰਦੇ ਦੇ ਨੇੜੇ, ਤਕੱਬਰ ਨਾ ਆਉਣ ਦੇਵੇ, ਹੰਕਾਰ ਨਾ ਆਉਣ ਦੇਵੇ, ਹਉਮੈ ਨਾ ਆਉਣ ਦੇਵੇ, ਤਾਂ ਮਾਲਕ ਸਾਧ ਸੰਗਤ ਜੀ ਹਜ਼ੂਰ ਦਿਖਾਈ ਪੈਂਦਾ। ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਦਿਖਦਾ ਹੈ, ਹਰ ਸਰੀਰ ਵਿੱਚੋਂ ਦਿਖਦਾ ਹੈ। ਉਹਦੀ ਹਾਜ਼ਰੀ ਮਹਿਸੂਸ ਹੁੰਦੀ, ਉਹਦੀ ਹੋਂਦ ਮਹਿਸੂਸ ਹੁੰਦੀ ਹੈ ਕਿ ਰੱਬ ਹੈਗਾ, ਕਿਤੇ ਗਿਆ ਨਹੀਂ ਹੈ, ਮੌਜੂਦ ਹੈ। ਜਹ ਧਿਰ ਦੇਖੋ ਤਹ ਧਿਰ ਮੌਜੂਦ। ਜਿਹੜੇ ਵੀ ਪਾਸੇ ਵੇਖੀਏ ਉਸ ਪਾਸੇ ਉਹ ਮੌਜੂਦ, ਹਾਜ਼ਰਾ ਹਜ਼ੂਰ ਹੀ ਦਿਖਾਈ ਪੈਂਦਾ। ਮਨ ਰੇ ਹੁਕਮ ਮਨ ਸੁਖ ਹੋਏ। ਅੱਗੇ ਮਹਾਰਾਜ ਕਹਿੰਦੇ ਮੇਰੇ ਮਨਾ, ਜੇ ਸੁਖ ਚਾਹੁੰਦਾ, ਮਹਾਰਾਜ ਨੂੰ ਮਿਲਿਆ ਚਾਹੁੰਦਾ, ਤੂੰ ਵੀ ਹੁਕਮੀ ਬੰਦਾ ਬਣ ਜਾ। ਜੇ ਉਹਦਾ ਹੁਕਮ ਮੰਨੇਗਾ ਤੇ ਭਾਈ ਤੈਨੂੰ ਵੀ ਸੁੱਖ ਮਿਲੇਗਾ। ਸਭ ਸੁੱਖ ਉਹਦੇ ਹੁਕਮ ਦੇ ਵਿੱਚ ਹੀ ਹਨ। ਪ੍ਰਭ ਭਾਣਾ ਆਪਣਾ ਭਾਵਦਾ, ਜਿਸ ਬਖਸ਼ੇ ਤਿਸ ਬਿਘਨ ਨ ਕੋਈ। ਮਹਾਰਾਜ ਕਹਿੰਦੇ ਪ੍ਰਭੂ ਨੂੰ, ਮਾਲਕ ਨੂੰ ਆਪਣਾ ਭਾਣਾ ਭਾਉਂਦਾ ਹੈ। ਜੋ ਉਹਦੇ ਭਾਣੇ ਵਿੱਚ ਰਹਿੰਦੇ ਨੇ, ਉਹਦੀ ਰਜਾ ਵਿੱਚ ਰਾਜੀ ਰਹਿੰਦੇ ਨੇ, ਉਹ ਮਾਲਕ ਨੂੰ ਭਾਉਂਦੇ ਹਨ। ਜਿਸ ਬਖਸ਼ੇ ਤਿਸ ਬਿਘਨ ਨਾ ਕੋਏ। ਜਿਹਨੂੰ ਭਾਣੇ ਦੀ ਦਾਤ ਬਖਸ਼ਦਾ ਉਹਨੂੰ ਕੋਈ ਵਿਘਨ ਨਹੀਂ ਲੱਗਦਾ ਹੈ। ਵਿਘਨ ਨਾ ਕੋ ਲੱਗਦਾ ਗੁਰ ਪਹਿ ਅਰਦਾਸ। ਤਾਂ ਕਰਕੇ ਮਹਾਰਾਜ ਕਹਿੰਦੇ ਨੇ, ਜਿਵੇਂ ਉਹ ਦੀਨ ਇਸਲਾਮ ਦੇ ਵਿੱਚ ਲਿਖਿਆ ਹੋਇਆ, ਇਸਲਾਮ ਦੀਆਂ ਕਿਤਾਬਾਂ ਦੇ ਵਿੱਚ, ਕਿਤਾਬਾਂ ਦੇ ਵਿੱਚ, ਉਹਨਾਂ ਦੇ ਧਰਮ ਦੇ ਗ੍ਰੰਥਾਂ ਵਿੱਚ ਲਿਖਿਆ ਹੋਇਆ, ਉਹ ਕਹਿੰਦੇ ਨੇ ਕਿ ਖੁਦਾ ਨੂੰ, ਅੱਲਾਹ ਪਾਕ ਨੂੰ ਕੋਈ ਇੱਛਾ ਨਹੀਂ ਸੀ ਮਨੁੱਖ ਨੂੰ ਸਿਰਜਣ ਦੀ। ਤਾਂ ਕਰਕੇ ਉਹਨੇ ਜੀਵ ਨੂੰ ਸਿਰਜਿਆ ਕਿ ਪਰਖੀਏ ਇਹਨੂੰ ਕਿ ਇਹ ਮੇਰੀ ਕਿੰਨੀ ਕੁ ਆਗਿਆ ਦਾ ਪਾਲਨ ਕਰਦਾ ਹੈ, ਕਿ ਮੇਰੀ ਹੁਕਮ ਅਦੂਲੀ ਕਰਦਾ ਹੈ, ਕਿ ਤਾਬੇਦਾਰੀ ਕਰਦਾ ਹੈ। ਇਹਨੂੰ ਪਰਖਿਆ ਜਾਵੇ, ਇਹਨੂੰ ਵੇਖਿਆ ਜਾਵੇ। ਇਸ ਪ੍ਰਕਾਰ ਸਾਧ ਸੰਗਤ ਜੀਓ, ਪਰਮੇਸ਼ਰ ਵੀ ਸਾਨੂੰ ਪਰਖਦੇ ਹਨ, ਵਾਹਿਗੁਰੂ ਵੀ ਸਾਨੂੰ ਪਰਖਦੇ ਹਨ। ਅਸੀਂ ਉਹਨਾਂ ਦੀ ਰਜਾ ਵਿੱਚ ਕਿੰਨੇ ਕੁ ਰਾਜੀ ਰਹਿੰਦੇ ਹਾਂ। ਜੇ ਸੁੱਖ ਆ ਜਾਂਦਾ ਹੈ ਫਿਰ ਤਾਂ ਅਸੀਂ ਪਰਮੇਸ਼ਰ ਨੂੰ ਭੁੱਲਦੇ ਹਾਂ, ਤੇ ਜੇ ਦੁੱਖ ਆ ਜਾਂਦਾ ਹੈ ਫਿਰ ਅਸੀਂ ਉਹਨੂੰ ਗਾਲਾਂ ਦਿੰਦੇ ਹਾਂ ਕਿ ਮੈਂ ਰੱਬ ਦੇ ਕਿਹੜਾ ਮਾਂ ਮਾਰੇ ਸੀ, ਰੱਬ ਦਾ ਬਾਪ ਮਾਰਿਆ ਸੀ, ਰੱਬ ਨੇ ਮੇਰੇ ਨਾਲ ਇਹ ਕਰ ਦਿੱਤਾ ਹੈ, ਉਹ ਕਰ ਦਿੱਤਾ ਹੈ। ਨਹੀਂ ਭਾਈ, ਉਹਦੀ ਰਜਾ ਵਿੱਚ ਰਾਜੀ ਰਹਿਣਾ ਚਾਹੀਦਾ ਹੈ। ਦੁੱਖ ਸੁੱਖ ਹਰ ਜੀਵਨ ਵਿੱਚ ਸਾਧ ਸੰਗਤ ਜੀ ਘਟਦੇ ਹਨ। ਕੋਈ ਐਸਾ ਜੀਵਨ ਨਹੀਂ ਜਿੱਥੇ ਦੁੱਖ ਜਾਂ ਸੁੱਖ ਦੀ ਘਟਨਾ ਨਹੀਂ ਘਟਦੀ ਹੈ। ਜੋ ਉਹਦੀ ਰਜਾ ਵਿੱਚ ਰਾਜੀ ਰਹਿੰਦੇ ਨੇ ਉਹ ਸਾਧ ਸੰਗਤ ਜੀ ਖੁਸ਼ ਰਹਿੰਦੇ ਹਨ। ਸਰੀਰਕ ਤੌਰ ਤੇ ਵੀ ਉਹ ਰੋਗਣ ਨਹੀਂ ਹੁੰਦੇ ਹਨ ਜੋ ਉਹਦੀ ਰਜਾ ਵਿੱਚ ਰਾਜੀ ਰਹਿੰਦੇ ਹਨ। ਜੋ ਰਜਾ ਵਿੱਚ ਰਾਜੀ ਨਹੀਂ ਰਹਿੰਦੇ ਹਨ, ਜੇ ਕੋਈ ਘਟਨਾ ਉਹਨਾਂ ਦੇ ਜੀਵਨ ਵਿੱਚ ਅਜਮਾਇਸ਼ ਵਾਲੀ ਘਟਨਾ, ਇਮਤਿਹਾਨ ਵਾਲੀ ਘਟਨਾ ਜੇ ਕੋਈ ਘਟ ਜਾਵੇ ਤੇ ਸਾਧ ਸੰਗਤ ਜੀ ਫਿਰ ਉਹ ਰੋਗੀ ਇਤਿਆਦਿਕ ਹੋ ਜਾਂਦੇ ਨੇ। ਇੱਕ ਸਰੀਰ ਤਾਂ ਸੰਸਾਰ ਤੋਂ ਗਿਆ ਤਾਂ ਗਿਆ, ਉਹਦੇ ਨਾਲ ਪਤਾ ਨਹੀਂ ਕਿੰਨੇ ਕੁ ਲੋਕ ਹੋਰ ਫਿਰ ਬਿਮਾਰ ਹੋ ਜਾਂਦੇ ਨੇ, ਮਾਨਸਿਕ ਪੀੜਾ ਦੇ ਵਿੱਚੋਂ ਦੀ ਗੁਜ਼ਰਦੇ ਹਨ। ਐਸਾ ਨਹੀਂ ਹੋਣਾ ਚਾਹੀਦਾ। ਤੋ ਅਸੀਂ ਤਾਂ ਉਸ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਸਿੱਖ ਪੁੱਤਰ ਹਾਂ, ਜਿਸ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਸਾਧ ਸੰਗਤ ਜੀ 4 ਪੁੱਤ ਵਾਰੇ ਹਨ, ਹੱਥੀਂ ਤੋਰੇ ਨੇ। ਇਹਨਾਂ ਹੀ ਦਿਨਾਂ ਦੇ ਵਿੱਚ
ਸਾਧ ਸੰਗਤ ਜੀ ਇਸੇ ਹੀ ਦਸੰਬਰ ਦੇ ਮਹੀਨੇ ਵਿੱਚ ਹਫ਼ਤੇ ਭਰ ਵਿੱਚ ਮਹਾਰਾਜ ਜੀ ਨੇ ਆਪਣਾ ਸਰਬੰਸ ਵਾਰਿਆ। ਇੱਕ ਹਫ਼ਤੇ ਭਰ ਦੇ ਵਿੱਚ ਸਰਬੰਸ ਸਾਰਾ ਹੀ ਅੰਸ ਬੰਸ ਮਹਾਰਾਜ ਜੀ ਨੇ ਵਾਰ ਛੱਡਿਆ ਹੈ। ਤੋ ਐਸੇ ਗੁਰੂ ਗਰੀਬ ਨਵਾਜ ਮਹਾਰਾਜ ਜੀ ਦੇ ਸਿੱਖ ਸਾਧ ਸੰਗਤ ਜੀ ਜੀਵਨ ਵਿੱਚ ਕਿਉਂ ਮਾਯੂਸ ਹੁੰਦੇ ਹਨ? ਇੱਕ ਸਰੀਰ ਦਾ ਚੇਤਾ ਆ ਰਿਹਾ ਹੁਣੇ ਹੁਣੇ ਮੇਰੇ ਖਿਆਲ ਦੇ ਵਿੱਚ, ਜ਼ਿਹਨ ਦੇ ਵਿੱਚ, ਵਿਸਤਰਨ ਸਰੀਰ ਹੈ ਕੋਈ। ਇੰਨੀ ਬੰਦਗੀ, ਇੰਨਾ ਸਿਮਰਨ ਭਜਨ ਅਸੀਂ ਬਚਪਨ ਵਿੱਚ ਦੇਖਦੇ ਰਹੇ, ਅਥਾਹ ਸਿਮਰਨ ਭਜਨ। ਉਹਨਾਂ ਵੱਲ ਵੇਖ ਕੇ ਸਾਨੂੰ ਵੀ ਮਨ ਵਿੱਚ ਖਿਆਲ ਆਉਣਾ ਕਿ ਤੇ ਗ੍ਰਸਤੀ ਨੇ, ਘਰਾਂ ਵਿੱਚ ਰਹਿਣ ਵਾਲੇ ਇੰਨੀ ਬਾਣੀ ਪੜ੍ਹਦੇ ਨੇ, ਅਸੀਂ ਕੀ ਕਰਦੇ ਹਾਂ ਭਲਾ? ਸਾਧ ਸੰਗਤ ਜੀ ਨੌਜਵਾਨ ਪੁੱਤਰ ਉਹਨਾਂ ਦਾ ਚਾਲਾ ਮਾਰ ਗਿਆ। ਨੌਜਵਾਨ ਸੀ, ਅਜੇ ਵਿਆਹਿਆ ਵੀ ਨਾ ਸੀ, 25 ਕੁ ਸਾਲ ਦੀ ਉਹਨਾਂ ਦੀ ਅਵਸਥਾ ਹੋਵੇਗੀ। ਸਿਮਰਨ ਭਜਨ ਵਾਲੇ ਸਨ ਤੇ ਗੁਰੂ ਘਰ ਦੇ ਵਿੱਚ ਹੀ ਉਹ ਸੇਵਾ ਕਰਿਆ ਕਰਦੇ ਸਨ। ਇਸ ਪ੍ਰਕਾਰ ਸਾਧ ਸੰਗਤ ਜੀ ਮਨ ਫਿਰ ਉਹਨਾਂ ਦੀ ਬਿਰਤੀ ਵੀ ਉਚਾਟ ਹੋਈ। ਵਕਤ ਆਇਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਘਰੇ ਉਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਬੈਠ ਕੇ ਕੀਰਤਨ ਸੁਣਨਾ। ਪਹਿਲਾਂ ਤੇ ਕਈ ਹਫ਼ਤੇ ਉੱਥੇ ਬਹਿ ਕੇ ਬਸ ਰੋਂਦੇ ਹੀ ਰਹੇ ਹਨ, ਵਿਰਾਗ ਹੀ ਕਰਦੇ ਰਹੇ। ਫਿਰ ਹੌਲੀ ਹੌਲੀ ਕੀਰਤਨ ਦਾ ਰੰਗ ਦੁਬਾਰਾ ਚੜ੍ਹਨਾ ਸ਼ੁਰੂ ਹੋਇਆ, ਸਰੀਰ ਵੀ ਸਥਲ ਹੋ ਗਿਆ। ਲੰਗਰ ਵਿੱਚ ਜਾ ਕੇ ਭਾਂਡੇ ਮਾਂਜਣ ਦੀ ਵੀ ਹਿੰਮਤ ਨਹੀਂ। ਜਿੱਥੇ ਦਰਬਾਰ ਸਾਹਿਬ ਦੇ ਲੰਗਰ ਦੇ ਵਿੱਚ ਸੰਗਤਾਂ ਜਾ ਕੇ ਸਬਜ਼ੀਆਂ ਇਤਿਆਦਿ ਕੱਟਦੀਆਂ ਹਨ, ਕੋਈ ਪਿਆਜ਼ ਕੱਟਦਾ ਹੈ, ਕੋਈ ਲਸਣ ਇਤਿਆਦਿ ਕੱਟਦਾ, ਉੱਥੇ ਬਹਿ ਕੇ ਜਿੰਨੀ ਕੁ ਹਿੰਮਤ ਬਣਨੀ ਸੇਵਾ ਕਰਦੇ ਰਹਿਣਾ। ਹੌਲੀ ਹੌਲੀ ਫਿਰ ਸਾਧ ਸੰਗਤ ਜੀ ਉਹ ਚੜ੍ਹਦੀ ਕਲਾ ਵਿੱਚ ਆ ਗਏ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਜੇ ਕੋਈ ਜੀਵਨ ਵਿੱਚ ਐਸੀ ਘਟਨਾ ਵੀ ਘਟੇ, ਸਿੱਖ ਨੂੰ ਮਹਾਰਾਜ ਦੀ ਬਾਣੀ ਤੇ ਸੇਵਾ ਸਿਮਰਨ ਦਾ ਆਸਰਾ ਲੈ ਕੇ ਦ੍ਰਿੜਤਾ ਵਿੱਚ ਰਹਿਣਾ ਚਾਹੀਦਾ। ਚੜ੍ਹਦੀ ਕਲਾ ਵਿੱਚ ਸਿੱਖ ਨੂੰ ਰਹਿਣਾ ਚਾਹੀਦਾ ਹੈ। ਗੁਰੂ ਪਰਮੇਸ਼ਰ ਨੂੰ ਸਾਧ ਸੰਗਤ ਜੀ ਆਪਣਾ ਭਾਣਾ ਪਾਉਂਦਾ ਹੈ। ਉਹ ਜ਼ਿੰਦਗੀ ਵਿੱਚ ਅਜਮਾਇਸ਼ ਵੀ ਦਿੰਦਾ ਹੈ। ਆਪ ਜੀ ਨੂੰ ਪਤਾ ਹੋਵੇ ਸਾਧ ਸੰਗਤ ਜੀ ਜਿਹੜੇ ਮਿੱਟੀ ਦੇ ਭਾਂਡੇ ਬਣਦੇ ਨੇ, ਇਹਨਾਂ ਨੂੰ ਬਣਾਉਣ ਵਾਲੇ ਕੁੰਭਾਰ ਲੋਕ ਜੋ ਹਨ, ਇਹ ਹਰੇਕ ਮਿੱਟੀ ਦਾ ਭਾਂਡਾ ਨਹੀਂ ਬਣਾਉਂਦੇ ਹਨ। ਜਿਹੜੀ ਕਬਰਾਂ ਦੀ ਮਿੱਟੀ ਹੁੰਦੀ ਹੈ ਨਾ, ਮੜੀਆਂ ਦੀ, ਸ਼ਮਸ਼ਾਨ ਭੂਮੀਆਂ ਦੀ ਮਿੱਟੀ, ਉਹਨਾਂ ਮਿੱਟੀਆਂ ਦਾ ਭਾਂਡਾ ਬਣਾਉਂਦੇ ਆ। ਵੇਖ ਲੈਂਦੇ ਨੇ ਵੀ ਮਿੱਟੀ ਦਾ ਭਾਂਡਾ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਹੈ। ਫਿਰ ਉਸ ਮਿੱਟੀ ਨੂੰ ਜਿਵੇਂ ਆਟਾ ਲੋਕ ਬੀਬੀਆਂ ਗੁੰਨਦੀਆਂ ਨੇ, ਆਟੇ ਵਾਂਗੂ ਗੁੰਨ ਕੇ ਚੰਗੀ ਮਾਤਰਾ ਵਿੱਚ ਪਾਣੀ ਪਾ ਕੇ, ਪਾਣੀ ਚੰਗੀ ਤਰ੍ਹਾਂ ਮਿਲਾ ਕੇ ਫਿਰ ਉਹਦਾ ਭਾਂਡਾ ਬਣਾ ਕੇ, ਸ਼ਾਇਦ ਤੁਸੀਂ ਕਦੀ ਦੇਖਿਆ ਹੋਵੇ ਰੋਡਾਂ ਦੇ ਉੱਪਰ, ਕਦੇ ਲੰਘੋ ਤੇ ਦੇਖ ਲੈਣਾ ਖੜ ਕੇ 5 ਮਿੰਟ ਇਹ ਨਜ਼ਾਰਾ। ਉਹ ਕੀ ਕਰਦੇ ਨੇ, ਇੱਕ ਹੱਥ ਵਿੱਚ ਉਹਨੇ ਥਾਪੀ ਫੜੀ ਹੁੰਦੀ ਹੈ, ਲੱਕੜ ਦੀ ਬਣੀ ਹੋਈ, ਜਿਹਦੇ ਨਾਲ ਪੁਰਾਣੇ ਜ਼ਮਾਨਿਆਂ 'ਚ ਲੋਕ ਕੱਪੜੇ ਇਤਿਆਦਿ ਕੁੱਟਿਆ ਕਰਦੇ ਸਨ ਜਾਂ ਧੋਬੀ ਕੱਪੜੇ ਕੁੱਟਦੇ ਨੇ। ਉਹ ਥਾਪੀ ਫੜੀ ਹੁੰਦੀ ਹੈ, ਬੈਟ ਬੱਲਾ ਜਿਹਾ ਸਮਝ ਲਓ ਅੱਜ ਕੱਲ੍ਹ ਦੀ ਭਾਸ਼ਾ ਵਿੱਚ। ਇੱਕ ਹੱਥ ਵਿੱਚ ਥਾਪੀ ਫੜੀ ਹੁੰਦੀ, ਉਹਨੇ ਬੈਟ ਫੜਿਆ ਹੁੰਦਾ ਹੈ ਸੱਜੇ ਹੱਥ ਵਿੱਚ, ਤੇ ਖੱਬਾ ਹੱਥ ਉਹ ਭਾਂਡੇ ਦੇ ਅੰਦਰ ਵਾਰ ਸੋ ਆਸਰਾ ਦੇ ਕੇ ਤੇ ਮਿੱਟੀ ਨੂੰ ਕੁੱਟਦਾ ਹੈ, ਦੱਬ ਕੇ ਕੁੱਟਦਾ ਹੈ, ਦੱਬ ਕੇ। ਜੇ ਕੋਈ ਸੋਚੇ ਕਿ ਮਿੱਟੀ ਨੂੰ ਤਾਂ ਕੁੱਟ ਦਿਆ ਕਿ ਸਜ਼ਾ ਦੇ ਰਿਹਾ, ਨਹੀਂ, ਉਹ ਮਿੱਟੀ ਦਾ ਭਾਂਡਾ ਬਣਾ ਰਿਹਾ। ਤੋ ਇਸ ਪ੍ਰਕਾਰ ਉਹ ਮਿੱਟੀ ਦੀ ਫਿਰ ਕੀਮਤ ਪਵੇਗੀ, ਉੱਦਾਂ ਮਿੱਟੀ ਨੂੰ ਕੌਣ ਪੁੱਛਦਾ ਹੈ। ਫਿਰ ਉਸ ਮਿੱਟੀ ਦੇ ਭਾਂਡੇ ਲੋਕ ਸੰਭਾਲ ਕੇ ਵੀ ਰੱਖਦੇ ਹਨ ਕਿ ਮਿੱਟੀ ਦਾ ਭਾਂਡਾ ਹੈ, ਕਿਤੇ ਟੁੱਟੀ ਨਾ ਜਾਵੇ, ਕਿਉਂਕਿ ਉਹ ਬੜਾ ਕੀਮਤੀ ਹੈ ਤੇ ਵਰਤਣਾ ਚਾਹੀਦਾ ਹੈ। ਮਿੱਟੀ ਦਾ ਭਾਂਡਾ ਜਿੰਨਾ ਹੋ ਸਕੇ ਵਰਤਣਾ ਚਾਹੀਦਾ ਹੈ। ਤੋ ਇਸ ਪ੍ਰਕਾਰ ਹਰੇਕ ਮਿੱਟੀ ਦਾ ਭਾਂਡਾ ਕੁੰਭਾਰ ਨਹੀਂ ਬਣਾਉਂਦਾ ਹੈ। ਗੁਰੂ ਪਰਮੇਸ਼ਰ ਵੀ ਸਾਧ ਸੰਗਤ ਜੀ ਹਰੇਕ ਨੂੰ ਅਜਮਾਇਸ਼ ਵਿੱਚ, ਇਮਤਿਹਾਨ ਵਿੱਚ ਨਹੀਂ ਪਾਉਂਦੇ ਹਨ। ਜਾਣਦੇ ਨੇ ਕਿ ਮਿੱਟੀ ਨੇ ਮਾਰ ਝੱਲ ਲੈਣੀ ਆ ਤੇ ਭਾਂਡਾ ਬਣੇਗਾ ਇਹਦਾ, ਉਹਨੂੰ ਹੀ ਅਜਮਾਇਸ਼ ਵਿੱਚ ਪਾਉਂਦੇ ਨੇ। ਜੇ ਆਪ ਜੀ ਦੇ ਜਾਂ ਸਾਡੇ ਸਾਰਿਆਂ ਦੇ ਜੀਵਨ ਵਿੱਚ ਕੋਈ ਅਜਮਾਇਸ਼ ਹੈ, ਕੋਈ ਸਾਧ ਸੰਗਤ ਜੀ ਐਗਜ਼ਾਮ ਪੈ ਗਿਆ ਹੈ, ਇਮਤਿਹਾਨ ਪੈ ਗਿਆ ਹੈ, ਤੇ ਬੇਸ਼ੱਕ ਥੋੜ੍ਹੀ ਬਹੁਤੀ ਰੱਬ ਨੂੰ ਸਾਡੇ ਤੇ ਉਮੀਦ ਹੋਵੇਗੀ ਕਿ ਵਾਕਈ ਅਸੀਂ ਇਸ ਇਮਤਿਹਾਨ ਵਿੱਚੋਂ ਪਾਸ ਹੋ ਸਕਦੇ ਹਾਂ। ਤਗੜੇ ਰਹਿਣਾ ਚਾਹੀਦਾ। ਇਸ ਪ੍ਰਕਾਰ ਮਾਲਕ ਨੂੰ ਆਪਣਾ ਭਾਣਾ ਪਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ, ਪ੍ਰਭ ਭਾਣਾ ਆਪਣਾ ਭਾਵੰਦਾ, ਉਹਨੂੰ ਆਪਣਾ ਭਾਣਾ ਪਾਉਂਦਾ ਹੈ। ਜਿਸ ਬਖਸ਼ੇ ਤਿਸ ਵਿਗੜ ਨਾ ਕੋਏ, ਜਿਹਨੂੰ ਕਿਰਪਾ ਕਰਕੇ ਭਾਣੇ ਦੀ ਦਾਤ ਬਖਸ਼ਦਾ ਹੈ, ਉਹਨੂੰ ਕੋਈ ਵਿਗੜ ਨਹੀਂ ਲੱਗਦਾ ਹੈ। ਵਿਗੜ ਵੀ ਉਹਦੇ ਵਾਸਤੇ ਭਾਣਾ ਹੀ ਹੋਵੇਗਾ, ਗੁਰਮੁਖਾਂ ਦੇ ਵਾਸਤੇ ਵਿਗੜ ਵੀ ਭਾਣਾ ਹੀ ਹੋਵੇਗਾ। ਜੇ ਕੋਈ ਵਿਗੜ ਵੀ ਪੈਂਦਾ ਕਿਸੇ ਕੰਮ ਦੇ ਵਿੱਚ, ਦੇਰੀ ਵੀ ਹੁੰਦੀ ਹੈ, ਉਹ ਵੀ ਭਾਣਾ ਹੀ ਹੈ, ਉਹ ਵੀ ਰਜਾ ਹੀ ਹੈ ਭਾਈ। ਯਕੀਨ ਮੰਨੋ, ਪਤਾ ਨਹੀਂ ਉਹਦੇ ਵਿੱਚ ਕੀ ਪਰਮੇਸ਼ਰ ਨੇ ਸਾਡਾ ਭਲਾ ਕੀਤਾ ਹੋਵੇਗਾ। ਜੇ ਕੋਈ ਕੰਮ ਵੀ ਨਹੀਂ ਬਣਦਾ ਹੈ, ਇਹ ਵੀ ਰਜਾ ਹੀ ਆ। ਵਿਗੜ ਹੁੰਦਾ ਮਨਮੁਖਾਂ ਦੇ ਵਾਸਤੇ,
ਗੁਰਮੁਖਾਂ ਦੇ ਵਾਸਤੇ ਕਾਹਦਾ ਵਿਗਨ ਹੈ ਭਲਾ, ਉਹਨਾਂ ਵਾਸਤੇ ਕੋਈ ਵਿਗਨ ਨਹੀਂ ਹੁੰਦਾ। ਇਸ ਪ੍ਰਕਾਰ ਉਹਦੀ ਰਜਾ ਉਹਨੂੰ ਪਾਉਂਦੀ ਹੈ ਭਾਈ। ਰਹਾਉ ਤ੍ਰੈ ਗੁਣ ਸਭਾ ਧਾਤ ਹੈ, ਨਾ ਹਰ ਭਗਤ ਨਾ ਪਾਏ। ਮਹਾਰਾਜ ਕਹਿੰਦੇ ਇਹ ਤੇ ਗੁਰਮੁਖਾਂ ਦੀ ਬਿਰਤੀ ਹੈ। ਇਹਦੇ ਮੁਕਾਬਲੇ ਵਿੱਚ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਨੇ ਜੋ ਮਨਮੁਖ ਨੇ, ਤ੍ਰੈਗੁਣੀ ਮਾਇਆ ਵਿੱਚ ਵਿਚਰਨ ਵਾਲੇ ਸਭ ਜੀਵ ਜੰਤੂ, ਮਹਾਰਾਜ ਕਹਿੰਦੇ ਸਭ ਧਾਤ ਹੈ, ਉਹਨਾਂ ਦੇ ਵਾਸਤੇ ਸਭ ਦੌੜ ਹੀ ਦੌੜ, ਭੱਜ ਦੌੜ ਹੀ ਹੈ, ਟਿਕਾ ਨਹੀਂ ਹੈਗਾ। ਜਿਹੜੇ ਮਾਇਆ ਦੇ ਪ੍ਰਭਾਵ ਦੇ ਵਿੱਚ ਰਹਿੰਦੇ ਹਨ, ਮਾਇਆ ਦੇ ਅਸਰ ਵਿੱਚ ਰਹਿੰਦੇ ਹਨ, ਨਾ ਹਰ ਭਗਤ ਨਾ ਪਾਏ, ਨਾ ਉਹ ਪਰਮੇਸ਼ਰ ਦੀ ਭਗਤੀ ਕਰਦੇ ਹਨ, ਤੇ ਨਾ ਉਹਨਾਂ ਦੇ ਹਿਰਦੇ ਵਿੱਚ ਮਹਾਰਾਜ ਦਾ ਪ੍ਰੇਮ ਹੈ। ਪ੍ਰੇਮਾ ਭਗਤੀ ਤੋਂ ਸਖਣੇ ਹਨ, ਉਹ ਮਹਾਰਾਜ ਦੀ ਭਾਵ ਭਗਤੀ ਨਹੀਂ ਕਰਦੇ। ਇਹ ਮਨਮੁਖਾਂ ਦੀ ਗਤੀ ਹੈ, ਇਹ ਮਨਮੁਖਾਂ ਦੇ ਹਾਲਾਤ ਹਨ। ਗਤ ਮੁਕਤ ਕਦੇ ਨ ਹੋਵਈ, ਹਉ ਮੈਂ ਕਰਮ ਕਮਾਹੇ। ਮਹਾਰਾਜ ਕਹਿੰਦੇ ਉਹ ਮਨਮੁਖ ਲੋਕ ਜੋ ਹਨ ਕਦੇ ਮੁਕਤੀ ਨੂੰ ਨਹੀਂ ਪ੍ਰਾਪਤ ਕਰ ਸਕਦੇ ਹਨ। ਸੋ ਇਸ ਪ੍ਰਕਾਰ ਹਉਮੈ ਕਰਮ ਕਮਾਹੇ, ਉਹਨਾਂ ਦੇ ਜਿੰਨੇ ਵੀ ਕਰਮ ਨੇ, ਜੋ ਧਰਮ ਦੇ ਕਰਮ ਵੀ ਕਰਦੇ ਨੇ, ਉਹ ਵੀ ਹਉਮੈ ਦੇ ਸਹਿਤ ਹਨ। ਕਰਮ ਕਰਤ ਬਦੇ ਅਹੰ ਮੇਵ, ਮਿਲ ਪਾਥਰ ਕੀ ਕਰਹੀ ਸੇ। ਜੇ ਕਰਮ ਕਾਂਡ ਵੀ ਕਰਦੇ ਨੇ, ਉਹਦੇ ਵਿੱਚ ਉਹਨਾਂ ਦਾ ਅਹੰ ਮੇਵ, ਹਉਮੈ ਹੰਕਾਰ ਜਿਹੜਾ ਹੈ ਉਹ ਵੱਧ ਜਾਂਦਾ ਹੈ। ਕਰਮ ਵੀ ਉਹਨਾਂ ਦੇ ਹਉਮੈ ਦੇ ਸਹਿਤ ਹੀ ਹੁੰਦੇ ਹਨ। ਜੋ ਵੀ ਕਰਦੇ ਹਨ ਉਹਦੇ ਵਿੱਚ ਉਹਨਾਂ ਦੇ ਵਾਸਤੇ ਜੰਜਾਲ ਹੀ ਬਣਦਾ ਹੈ। ਇੱਕ ਭਾਵ ਲੱਥੇ ਨਹਾਤਿਆਂ ਦੋਏ ਭਾ ਚੜੀਅਸ ਹੋਰ। ਇੱਕ ਪਾਪ ਲੱਥਾ ਤੀਰਥ ਤੇ ਨਹਾਉਣ ਦੇ ਨਾਲ, ਦੂਜਾ ਹੋਰ ਚੜ ਗਿਆ, ਕਿਉਂਕਿ ਹਉਮੈ ਕਰ ਲਈ ਕਿ ਮੈਂ ਤੀਰਥ ਕਰਕੇ ਆਇਆ ਹਾਂ। ਸਾਹਿਬ ਭਾਵੈ ਸੋ ਥੀਐ, ਪਈਐ ਕਿਰਤ ਫਿਰਾਹੇ। ਮਹਾਰਾਜ ਕਹਿੰਦੇ ਜੋ ਮੇਰੇ ਸਾਹਿਬ ਨੂੰ, ਮੇਰੇ ਮਾਲਕ ਨੂੰ ਭਾਉਂਦਾ ਹੈ ਨਾ, ਸੋ ਥੀਐ, ਉਹੋ ਹੀ ਹੁੰਦਾ ਹੈ ਤੇ ਉਹੋ ਹੀ ਠੀਕ ਹੁੰਦਾ ਹੈ। ਪਿਆ ਕਿਰਤ ਫਿਰਾਹੇ, ਪਿਛਲੇ ਕੀਤੇ ਕਰਮ ਦੇ ਅਨੁਸਾਰ, ਪਰਾਰਬ ਦੇ ਅਨੁਸਾਰ ਹੀ ਜੀਵ ਕਰਮ ਕਰਦੇ ਹਨ। ਜੋ ਪਿਛੇ ਅਸੀਂ ਕਰਮ ਕੀਤਾ ਸੀ ਉਹਦੇ ਹਿਸਾਬ ਨਾਲ ਸਾਡੀ ਪਰਾਰਬਧ ਹੋਈ, ਤਕਦੀਰ ਲਿਖੀ ਗਈ, ਉਹ ਅਸੀਂ ਭੋਗਦੇ ਹਾਂ। ਜੋ ਮੇਰੇ ਮਾਲਕ ਨੂੰ ਭਾਉਂਦਾ ਹੈ ਉਹੀ ਹੋ ਰਿਹਾ, ਹੁੰਦਾ ਸੀ ਅਤੇ ਅੱਗੇ ਹੋਵੇਗਾ। ਸਤਿਗੁਰ ਭੇਟੀਐ ਮਨ ਮਰ ਰਹਿ, ਹਰ ਨਾਮ ਬਸੈ ਮਨ ਆਏ। ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਜੇ ਤੁਸੀਂ ਅਖੀਰਲੇ ਪਦੇ ਵਿੱਚ ਮਨਮੁਖਾਂ ਬਾਰੇ ਦੱਸਿਆ ਹੈ ਕਿ ਮਨਮੁਖ ਸਾਰੀ ਜ਼ਿੰਦਗੀ ਭੱਜ ਦੌੜੀ ਕਰਦੇ ਰਹਿੰਦੇ ਨੇ, ਭਗਤੀ ਨਹੀਂ ਕਰਦੇ ਹਨ, ਮਾਲਕ ਨਾਲ ਪ੍ਰੇਮ ਨਹੀਂ ਕਰਦੇ ਹਨ, ਉਹਨਾਂ ਦੀ ਮੁਕਤੀ ਵੀ ਨਹੀਂ ਹੁੰਦੀ ਹੈ। ਜੇ ਕਰਮ ਵੀ ਕਰਦੇ ਨੇ ਧਰਮ ਦੇ, ਉਹਦੀ ਵੀ ਹਉਮੈ ਹੁੰਦੀ, ਵਿਖਾਵਾ ਹੀ ਹੁੰਦਾ ਹੈ। ਤੇ ਮਹਾਰਾਜ ਇਸ ਮਨਮੁਖਤਾਈ ਤੋਂ ਕਿਵੇਂ ਛੁਟਕਾਰਾ ਮਿਲੇ? ਮਹਾਰਾਜ ਕਹਿੰਦੇ ਸਤਿਗੁਰ ਭੇਟਿਆ ਮਨ ਮਨ ਰਹਿ। ਮਹਾਰਾਜ ਕਹਿੰਦੇ ਮਨਮੁਖਤਾਈ ਤੋਂ ਤਾਂ ਛੁਟਕਾਰਾ ਮਿਲੇ ਜੇ ਪੂਰਾ ਗੁਰੂ ਮਿਲ ਜਾਵੇ। ਜੇ ਪੂਰਾ ਗੁਰੂ ਮਿਲ ਜਾਵੇ ਤਾਂ ਇਹ ਮਨ ਜਿਹੜਾ ਹੈ ਫਿਰ ਮਰ ਜਾਂਦਾ ਹੈ। ਫਿਰ ਮਨ ਨੂੰ ਸੋ ਜੀਵਨ ਦਾ ਮੌਕਾ ਹੀ ਨਹੀਂ ਮਿਲਦਾ। ਜਦੋਂ ਮਨ ਮਰ ਗਿਆ ਫਿਰ ਹੰਕਾਰ ਕਿੱਥੋਂ, ਹਉਮੈ ਕਿੱਥੋਂ, ਔਰ ਇਸੇ ਪ੍ਰਕਾਰ ਨਾ ਟਿਕਾਓ ਵਾਲੀ ਬਿਰਤੀ ਕਿੱਥੋਂ? ਫਿਰ ਤਾਂ ਟਿਕਾ ਹੀ ਟਿਕਾ ਹੈ। ਹਰ ਨਾਮ ਵਸੈ ਮਨ ਆਏ। ਮਹਾਰਾਜ ਦਾ ਨਾਮ ਆਣ ਕੇ ਹਿਰਦੇ ਵਿੱਚ ਵਸ ਜਾਂਦਾ। ਜੇ ਗੁਰੂ ਮਿਲ ਜਾਵੇ ਤਾਂ ਇਹ ਮਨ ਜਿਹੜਾ ਕਦੇ ਮਰਦਾ ਨਹੀਂ, ਇਹ ਮਰ ਜਾਂਦਾ ਹੈ। ਮਰਦਾ ਹੈ ਪਰਮੇਸ਼ਰ ਦਾ ਨਾਮ ਜਪਿਆ। ਤਿਸ ਕੀ ਕੀਮਤ ਨਾ ਪਵੈ, ਕਹਿਣਾ ਕਿਛੂ ਨਾ ਜਾਏ। ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਦੀ ਕੀਮਤ ਨਹੀਂ ਪੈਂਦੀ ਹੈ। ਜਿਵੇਂ ਸਨਾਤਨ ਦੇ ਗ੍ਰੰਥਾਂ ਵਿੱਚ ਲਿਖਿਆ ਹੋਇਆ, ਹਿੰਦੂਆਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ ਕਿ ਕੋਈ 100 ਜੱਗ ਕਰ ਲਵੇ, ਅਸਮੇਧ ਜੱਗ, ਉਹ ਸਵਰਗ ਦਾ ਰਾਜਾ ਹੋ ਜਾਂਦਾ ਹੈ। ਸੋ ਕਈਆਂ ਲੋਕਾਂ ਨੇ ਐਸੇ ਜੱਗ ਕੀਤੇ ਸਨ ਤੇ ਇੰਦਰ ਨੂੰ ਫਰਕ ਪੈ ਗਿਆ ਸੀਗਾ ਵੀ ਇਹ ਤੇ ਆਣ ਕੇ ਰਾਜ ਖੋਹ ਲਵੇਗਾ ਮੇਰੇ ਕੋਲ ਸਵਰਗ ਦਾ। ਐਸੀਆਂ ਬਹੁਤ ਸਾਰੀਆਂ ਕਥਾ ਕਹਾਣੀਆਂ ਨੇ। ਫਿਰ ਉਹ ਵਿਘਨ ਪਾਉਂਦੇ ਰਹੇ, ਕਦੀ ਕੋਈ ਰੂਪ ਧਾਰਨ ਕਰਕੇ, ਕਦੀ ਕੋਈ, ਕਿ ਕਿਤੇ ਯੱਗ ਹੀ ਨਾ ਪੂਰਾ ਹੋ ਜਾਵੇ। ਇਸ ਪ੍ਰਕਾਰ ਸਵਰਗਾਂ ਦੇ ਰਾਜ ਭਾਗ ਦੇ ਮਾਲਕ ਹੋਣ ਦੀ ਵੀ ਕੀਮਤ ਹੈ, ਇੰਦਰ ਹੋਣ ਦੀ ਵੀ ਕੀਮਤ ਹੈ। ਔਰ ਇਸ ਪ੍ਰਕਾਰ ਇਹ ਜਿਹੜੇ ਦੇਵਤਿਆਂ ਦਾ ਰਾਜਾ ਹੈ ਨਾ ਇੰਦਰ, ਦੇਵਤੇ ਤੇ ਛੱਡੋ, ਦੇਵਤਿਆਂ ਦੇ ਰਾਜਾ ਹੋਣ ਦੀ ਵੀ ਕੋਈ ਨਾ ਕੋਈ ਕੀਮਤ ਹੈ। ਪਰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਕੋਈ ਕੀਮਤ ਨਹੀਂ ਹੈ ਭਾਈ।
ਤਿਸ ਕੀ ਕੀਮਤ ਨਾ ਪਵੈ, ਉਹਦੇ ਨਾਮ ਦੀ ਕੋਈ ਕੀਮਤ ਨਹੀਂ ਪੈਂਦੀ ਹੈ। ਮਹਾਰਾਜ ਨੇ ਬਾਣੀ ਚ ਆਖਿਆ, ਗੰਗਾ ਜੋ ਗੋਦਾਵਰ ਜਾਈਐ, ਕੁੰਭ ਜੋ ਕਿਦਾਰ ਨਹਾਈਐ, ਗੋਮਤੀ ਸਹਿਸ ਗਊਦਾਨ ਕੀਜੈ। ਕੋਈ ਗੰਗਾ ਚਲ ਜਾਵੇ, ਗੋਦਾਵਰੀ ਜਾ ਕੇ ਨਹਾ ਲਵੇ, ਕੁੰਭ ਜੋ ਕੇਦਾਰਨਾਥ ਚਲ ਜਾਵੇ ਕੁੰਭ ਦੇ ਮੇਲੇ ਤੇ, ਗੋਮਤੀ ਸਹਿਸ ਗਊਦਾਨ ਕੀਜੈ। ਗੋਮਤੀ ਚਲਾ ਜਾਵੇ ਤੇ 1000 ਗਊ ਦਾ ਦਾਨ ਕਰ ਲਵੇ। ਜਿੱਥੇ ਗਊਮੁਖੀ ਗੰਗਾ ਨਿਕਲਦੀ ਹੈ, ਗਾਂ ਦੇ ਦਾਨ ਦਾ ਬੜਾ ਮਹੱਤਵ ਹੈ ਉੱਥੇ। ਗੋਮਤੀ ਸਹਿਸ ਗਊਦਾਨ ਕੀਜੈ, ਕੋਟ ਜੋ ਤੀਰਥ ਕਰੈ। ਕਰੋੜਾਂ ਹੀ ਤੀਰਥ, 60 ਤੀਰਥਾਂ ਨੂੰ ਤੇ ਛੱਡੋ ਭਾਵੇਂ, ਕਰੋੜਾਂ ਹੀ ਤੀਰਥ, ਕੋਟ ਜੋ ਤੀਰਥ ਕਰੈ। ਫਿਰ ਤਨ ਜੋ ਹਿਵਾਲੇ ਗਾਰੈ, ਸਰੀਰ ਨੂੰ ਹਿਮਾਲੇ ਪਰਬਤ ਤੇ ਜਾ ਕੇ ਗਾਲ ਦਵੇ, ਸ਼ਿਵਾਂ ਦੀ ਉਪਾਸਨਾ ਕਰਦਾ ਹੋਇਆ ਕਿ ਇੱਥੇ ਬੈਠਾ ਰਹਿਣਾ ਮੈਂ ਸਰਦੀ ਦੇ ਦਿਨਾਂ ਵਿੱਚ ਵੀ, ਉੱਥੇ ਸਰੀਰ ਨੂੰ ਜਾ ਕੇ ਗਾਲ ਦਵੇ। ਤਨ ਜੋ ਹਿਵਾਲੇ ਗਾਰੈ, ਰਾਮ ਨਾਮ ਸਰ ਤਉ ਨਾ ਬੂਝੈ। ਪਰਮੇਸ਼ਰ ਦੇ ਨਾਮ ਦੇ ਬਰਾਬਰ ਫੇਰ ਵੀ ਨਹੀਂ। ਅਸਦਾਨ, ਗੱਜਦਾਨ, ਸਹਿਜਾ ਨਾਰੀ ਭੂਮਦਾਨ, ਘੋੜੇ ਦਾਨ ਕਰ ਦਵੇ ਕਿ ਕਾਰੋਬਾਰ ਵਿੱਚ ਵਾਧਾ ਹੋਵੇ, ਗੱਜ ਹਾਥੀ ਦਾਨ ਕਰ ਦਵੇ, ਸਹਿਜਾ ਨਾਰੀ ਭੂਮਦਾਨ। ਲੋਕ ਬ੍ਰਾਹਮਣਾਂ ਨੂੰ ਔਰਤਾਂ ਦਾਨ ਕਰ ਦਿਆ ਕਰਦੇ ਸਨ, ਸੋਨੇ ਦੇ ਨਾਲ ਇਹਨ ਛੱਜ ਕਰਕੇ। ਸਹਿਜਾ ਨਾਰੀ ਭੂਮਦਾਨ, ਐਸੋ ਦਾਨ ਨਿਤ ਨਿਤ ਹੀ ਕੀਜੈ। ਤੇ ਨਿਤੀ ਕੋਈ ਐਸੇ ਦਾਨ ਕਰੇ, ਐਸੋ ਦਾਨ ਨਿਤ ਨਿਤ ਹੀ ਕੀਜੈ। ਆਤਮ ਜੋ ਨਿਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਪਰਮੇਸ਼ਰ ਦੇ ਨਾਮ ਦੇ ਬਰਾਬਰ ਫਿਰ ਵੀ ਨਹੀਂ ਪੁੱਜਦਾ। ਭਾਵੇਂ ਕੋਈ ਮਨੁੱਖ ਆਤਮ ਨੂੰ ਨਿਰਮਾਇਲ ਕਰ ਲਵੇ ਯੋਗ ਸਾਧਨਾ ਦੁਆਰਾ, ਫਿਰ ਆਪ ਬਰਾਬਰ ਕੰਚਨ ਦੀਜੈ, ਆਪਣੇ ਬਰਾਬਰ ਸੋਏ ਨਾ ਦੇ ਦਵੇ। ਇਸ ਪ੍ਰਕਾਰ ਰਾਜ ਲੋਕ ਐਸਾ ਕਰਿਆ ਕਰਦੇ ਸਨ, ਇੱਕ ਤਰਾਜੂ ਵਿੱਚ ਬਹਿ ਜਾਣਾ, ਦੂਜੇ ਤਰਾਜੂ ਵਿੱਚ ਬਰਾਬਰ ਦਾ ਸੋਇਨਾ ਦਾਨ ਕਰ ਦੇਣਾ। ਇਸ ਪ੍ਰਕਾਰ ਕੋਟ ਜੋ ਤੀਰਥ ਕਰੈ, ਤਨ ਜੋ ਹਿਵਾਲੇ ਕਰੈ, ਰਾਮ ਨਾਮ ਸਰ ਤਉ ਨਾ ਪੂਜੈ। ਅਸਦਾਨ, ਗੱਜਦਾਨ, ਸਹਿਜਾ ਨਾਰੀ ਭੂਮਦਾਨ, ਐਸੋ ਦਾਨ ਨਿਤ ਨਿਤ ਹੀ ਕੀਜੈ। ਕਿੰਨਾ ਮਰਜੀ ਕੋਈ ਦਾਨ ਪੁੰਨ ਕਰ ਲਵੇ, ਪਰਮੇਸ਼ਰ ਦੇ ਨਾਮ ਦੇ ਬਰਾਬਰ ਕੁਛ ਵੀ ਨਹੀਂ। ਮਾਨ ਨੇ ਆਖਿਆ ਨਾ ਗੌੜੀ ਸੁਖਮਨੀ ਵਿੱਚ, ਜਾਪ ਤਾਪ ਗਿਆਨ ਸਭ ਧਿਆਨ, ਵਾਹ ਕਿੰਨਾ ਕੁਛ। ਖਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮੱਧੇ ਫਿਰਿਆ। ਇੰਨਾ ਕੁਛ ਕਰਕੇ ਮਾਰਿਆ, ਕਹਿੰਦੇ ਹਰ ਕੇ ਨਾਮ ਕੇ ਸੰਸਰ ਕਛ ਨਾ ਹੈ, ਨਾਮ ਤੁਲ ਕਛ ਅਵਰ ਨਾ ਹੋਏ। ਇੱਥੇ ਜਾ ਕੇ ਸਾਰੇ ਪਦੇ ਮਾਨ ਨੇ ਪੂਰੇ ਕੀਤੇ ਨੇ ਇਸ ਅਸ਼ਟਪਦੀ ਦੇ, ਕਿ ਨਾਮ ਦੇ ਬਰਾਬਰ ਕੁਛ ਵੀ ਨਹੀਂ। ਨਾਮ ਸਰੋਮਣ ਸਰਬ ਮੈਂ, ਭਗਤ ਰਹੇ ਲਿਵਧਾਰ, ਸੋਈ ਨਾਮ ਪਦਾਰਥ ਅੰਬਰ ਗੁਰ ਤੁਸ ਦਿਓ ਕਰਤਾ। ਨਾਮ ਦੇ ਬਰਾਬਰ ਕੁਛ ਵੀ ਨਹੀਂ ਹੈ। ਨਾਮ ਦੀ ਮਹਿਮਾ ਸਾਧ ਸੰਗਤ ਜੀ ਵੱਡਿਆਂ ਤੋਂ ਵੱਡੀ ਹੈ। ਨਾਮ ਕੀ ਨਾਮਨਾ ਸਪਤ ਦੀਪਾ, 7 ਦੀਪਾਂ ਵਿੱਚ ਹੈ ਨਾਮ ਦੀ ਮਹਿਮਾ, ਜੋ ਅਸੀਂ ਰਸਨਾ ਦੇ ਨਾਲ ਜਪਦੇ ਹਾਂ। ਇਹ ਜ਼ਰੂਰ ਗੁਰਸਿੱਖ ਨੂੰ ਸਾਧ ਸੰਗਤ ਜੀ ਨਾਮ ਜਪਣਾ ਚਾਹੀਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਆਪਣੇ ਆਸਣ ਤੋਂ ਉਤਰਨ ਤੋਂ ਪਹਿਲਾਂ, ਬੈੱਡ ਮੰਜੇ ਤੋਂ ਉਤਰਨ ਤੋਂ ਪਹਿਲਾਂ ਸੋ ਉੱਥੇ ਬੈਠੇ ਹੀ ਨਾਮ ਜਪਣਾ ਚਾਹੀਦਾ ਹੈ। 15-20 ਮਿੰਟ ਬੈਠ ਕੇ ਨਾਮ ਜਪਣਾ ਚਾਹੀਦਾ। ਫਿਰ ਉੱਠ ਕੇ ਇਸ਼ਨਾਨ ਪਾਣ ਇਤਿਆਦਿ ਕਰਨਾ ਉਹ ਬਾਅਦ ਵਿੱਚ ਹੈ। ਪਰ ਜੇ ਉੱਠਦੇ ਹਾਂ ਸਾਰੀ ਦੁਨੀਆਦਾਰੀ ਦਾ ਕਚਰਾ ਆਪਣੇ ਜਿਹਨ ਵਿੱਚ ਪਾ ਲੈਣਾ, ਮੋਬਾਈਲ ਵੇਖ ਲੈਣਾ, ਟੀਵੀ ਇਤਿਆਦਿਕ ਵੇਖ ਲੈਣਾ, ਅਖਬਾਰ ਤੋਂ ਦਿਨ ਦੀ ਸ਼ੁਰੂਆਤ ਕਰਨੀ, ਦੁਨੀਆ ਭਰ ਦਾ ਕੂੜ ਕਬਾੜ ਆਪਣੇ ਦਿਲੋਂ ਦਿਮਾਗ ਦੇ ਵਿੱਚ ਪਾ ਲੈਣਾ, ਫਿਰ ਸਾਧ ਸੰਗਤ ਜੀ ਸ਼ਾਂਤੀ ਕਿੱਥੋਂ ਪਾਲਦੇ ਆਪਾਂ? ਫਿਰ ਕੁਛ ਵੀ ਨਹੀਂ ਹੋਣਾ ਹੈ। ਸਵੇਰੇ ਉੱਠ ਕੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ। ਗੁਰੂ ਰਾਮਦਾਸ ਮਹਾਰਾਜ ਨੇ ਆਖਿਆ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ, ਉੱਠ ਹਰ ਨਾਮ ਤੇ ਆਵੇ। ਉੱਠ ਕੇ ਨਾਮ ਜਪੇ, ਫਿਰ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਫਿਰ ਬਾਅਦ ਵਿੱਚ ਉਦਮ ਕਰਕੇ ਇਸ਼ਨਾਨ ਕਰੇ, ਪਹਿਲਾਂ ਉੱਠ ਕੇ ਨਾਮ ਜਪੇ। ਜੇ ਨਾਮ ਜਪਿਆ ਹੋਵੇਗਾ, ਯਕੀਨ ਮੰਨੋ ਇਸ਼ਨਾਨ ਕਰਨ ਦਾ ਵੀ ਆਨੰਦ ਆਵੇਗਾ, ਇਸ਼ਨਾਨ ਵੀ ਭਗਤੀ ਬਣ ਜਾਵੇਗਾ, ਜੇ ਸਾਧ ਸੰਗਤ ਜੀ ਅਸੀਂ ਨਾਮ ਜਪਿਆ ਹੋਵੇਗਾ। ਇਸ ਕਰਕੇ ਸਵੇਰੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਸਾਨੂੰ ਨਾਮ ਜਪਣਾ ਚਾਹੀਦਾ ਹੈ। ਜੀਵਨ ਵਿੱਚ ਬੜਾ ਰਸ ਆਉਂਦਾ। ਮਹਾਰਾਜ ਕਹਿੰਦੇ ਉਸ ਨਾਮ ਦੀ ਕੀਮਤ ਨਹੀਂ ਪੈਂਦੀ ਹੈ ਭਾਈ, ਤੇ ਕਹਿਣਾ ਕਛੂ ਨਾ ਜਾਏ। ਨਾਮ ਦੀ ਕੀਮਤ ਬਾਰੇ ਕੁਛ ਕਿਹਾ ਆਖਿਆ ਵੀ ਨਹੀਂ ਜਾ ਸਕਦਾ। ਚੌਥੈ ਪਦ ਵਾਸਾ ਹੋਇਆ, ਸੱਚੈ ਰਹਿ ਸਮਾਏ। ਮਹਾਰਾਜ ਕਹਿੰਦੇ ਉਹ ਗੁਰਮੁਖ ਤ੍ਰੈਗੁਣੀ ਮਾਇਆ ਤੋਂ ਉੱਪਰ ਉੱਠੇ ਹਨ, ਤੇ ਚੌਥੇ ਪਦ ਵਿੱਚ ਬ੍ਰਹਮ ਗਿਆਨ ਵਿੱਚ ਉਹਨਾਂ ਗੁਰਮੁਖਾਂ ਦਾ ਵਾਸਾ ਹੋਇਆ। ਉਹ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਅਰੂੜ ਹਨ ਉਹ ਗੁਰਮੁਖ, ਔਰ ਸੱਚੇ ਰਹਿ ਸਮਾਏ, ਸੱਚੇ ਵਾਹਿਗੁਰੂ ਵਿੱਚ ਸਮਾਏ ਰਹਿੰਦੇ ਨੇ, ਅਭੇਦ ਰਹਿੰਦੇ ਹਨ।
ਇੱਕ ਹੋਏ ਰਹਿੰਦੇ ਹਨ, ਵਾਹਿਗੁਰੂ ਜੀ ਦਾ ਹੀ ਰੂਪ ਹੋ ਜਾਂਦੇ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਮੇਰਾ ਹਰ ਪ੍ਰਭ ਅਗਮ ਅਗੋਚਰ ਹੈ, ਕੀਮਤ ਕਹਿਣ ਨ ਜਾਏ। ਮਹਾਰਾਜ ਕਹਿੰਦੇ ਮੇਰਾ ਪ੍ਰਭੂ ਮੇਰਾ ਮਾਲਕ ਜੋ ਹੈ ਨਾ, ਉਹ ਅਗਮ ਹੈ, ਸਾਡੀ ਉਹਦੇ ਤੱਕ ਗਮਤਾ ਨਹੀਂ ਹੈ, ਪਹੁੰਚ ਨਹੀਂ ਹੈ, ਅਗੋਚਰ ਹੈ। ਸੋ ਮਨ ਕਰਕੇ ਵੀ ਔਰ ਇੰਦਰੀਆਂ ਦੀ ਪਕੜ ਤੋਂ ਵੀ ਪਰੇ ਹੈ ਮੇਰਾ ਮਾਲਕ। ਕੀਮਤ ਕਹਿਣ ਨਾ ਜਾਏ, ਉਸ ਮਾਲਕ ਦੀ ਕੀਮਤ ਨਹੀਂ ਕਹੀ ਜਾ ਸਕਦੀ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿਟੋਂ ਰਹੇ ਲੋਕ ਵਿਲ ਲਾਏ। ਉਹਦਾ ਮੁੱਲ ਨਹੀਂ ਪੈਂਦਾ ਹੈ। ਪੁੱਛਿਆ ਸੀ ਨਾ ਭਗਤ ਕਬੀਰ ਜੀ ਸਾਹਿਬ ਜੀ ਨੂੰ ਇੱਕ ਸੁਨਿਆਰ ਨੇ ਕਿ ਸੋਇਨਾ ਲੈ ਲਵੋ, ਰੱਬ ਦਾ ਨਾਮ ਦੇ ਦਿਓ, ਰੱਬ ਦੇ ਦਿਓ। ਕਹਿੰਦੇ ਸੀ ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਕਿ ਸੋਨੇ ਦੇ ਨਾਲ ਤੋਲ ਕੇ ਨਹੀਂ ਪਾਇਆ ਜਾ ਸਕਦਾ ਹੈ ਰੱਬ ਦਾ ਨਾਮ। ਜੇ ਕਿਤੇ ਸੋਨੇ ਤੇ ਆਦਿਕ ਦੇ ਨਾਲ, ਦਮੜੇ ਤੇ ਆਦਿਕ ਦੇ ਨਾਲ ਮਿਲਦਾ ਹੁੰਦਾ ਤੇ ਫਿਰ ਤੇ ਸਾਧ ਸੰਗਤ ਜੀ ਮਲਕ ਭਾਗੋ ਲੈ ਜਾਂਦਾ। ਭਾਈ ਲਾਲੋ ਨੇ ਕਿੱਥੋਂ ਲੈ ਕੇ ਜਾਣਾ ਸੀ ਰੱਬ ਦਾ ਨਾਮ। ਇਸ ਪ੍ਰਕਾਰ ਮਹਾਰਾਜ ਕਹਿੰਦੇ ਦਮੜਿਆਂ ਦੇ ਨਾਲ ਉਹਦੀ ਕੀਮਤ ਨਹੀਂ ਪੈਂਦੀ। ਉਹ ਅਮੁੱਲਕ ਹੈ ਮੇਰਾ ਮਾਲਕ ਵਾਹਿਗੁਰੂ, ਨਿਰਮੋਲਕ ਹੈ ਭਾਈ, ਉਹਦਾ ਕੋਈ ਮੁੱਲ ਨਹੀਂ ਪੈਂਦਾ। ਔਰ ਇਸੇ ਪ੍ਰਕਾਰ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ, ਕੀਮਤ ਕਹਿਣ ਨਾ ਜਾਏ। ਉਹਦੀ ਕੀਮਤ ਨਹੀਂ ਕਹੀ ਜਾ ਸਕਦੀ ਕਿ ਫਲਾਣੇ ਕਰਮ ਦੇ ਨਾਲ, ਫਲਾਣੇ ਧਨ ਦੇ ਨਾਲ, ਫਲਾਣੀ ਯਾਤਰਾ ਦੇ ਨਾਲ ਸ਼ਾਇਦ ਉਹਦੀ ਕੀਮਤ ਪੈ ਜਾਵੇ। ਆਖਣ ਵੇਖਣ ਦੇ ਨਾਲ ਵੀ ਉਹਦੀ ਕੀਮਤ ਨਹੀਂ ਪੈਂਦੀ ਹੈ, ਸੁਣਨ ਦੇ ਨਾਲ ਵੀ ਕੀਮਤ ਨਹੀਂ ਪੈਂਦੀ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਕਿਸੇ ਕਰਮ ਦੇ ਨਾਲ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰ ਪ੍ਰਸਾਦੀ ਬੂਝੀਐ, ਸਭ ਦੇ ਕਾਰ ਕਮਾਏ। ਮਹਾਰਾਜ ਕਹਿੰਦੇ ਜੇ ਸਤਿਗੁਰੂ ਗਰੀਬ ਨਵਾਜ ਮਹਾਰਾਜ ਦੀ ਕਿਰਪਾ ਹੋ ਜਾਵੇ, ਗੁਰੂ ਦੀ ਬਖਸ਼ਿਸ਼ ਹੋ ਜਾਵੇ, ਤਾਂ ਮਾਲਕ ਨੂੰ ਬੁੱਝਿਆ ਜਾ ਸਕਦਾ ਹੈ। ਪਹਿਲਾਂ ਬੁਝਾਰਤਾਂ ਬੁੱਝੀਆਂ ਜਾਂਦੀਆਂ ਸਨ। ਬੁੱਝਣਾ ਮਤਲਬ ਸੋ ਇਸੇ ਪ੍ਰਕਾਰ ਖੋਜਣਾ ਕਹਿ ਲਵੋ। ਰੱਬ ਇੱਕ ਬੁਝਾਰਤ ਹੈ ਭਾਈ। ਬੁਝਾਰਤ ਦੇ ਰਹੱਸ ਹੁੰਦੇ ਨੇ ਕਿ ਉਹਦੇ ਸਵਾਲ ਵਿੱਚ ਹੀ ਉਹਦਾ ਜਵਾਬ ਹੁੰਦਾ ਹੈ। ਪਹਿਲਾਂ ਲੋਕ ਇਹ ਮੁੰਦਾਮਣੀਆਂ, ਬੁਝਾਰਤਾਂ, ਅਡਾਉਣੀਆਂ ਕਹਿੰਦੇ ਸਨ। ਪਹਿਲਾਂ ਇਹਨੂੰ ਲੋਕ ਰਾਤ ਨੂੰ ਪਾਇਆ ਕਰਦੇ ਸਨ ਕਿ ਇਹ ਬੁਝਾਰਤ ਨੂੰ ਬੁੱਝੋ ਭਾਈ। ਲੋਕਾਂ ਨੇ ਬੁੱਝਣਾ, ਇਸ ਤਰ੍ਹਾਂ ਬੱਚਿਆਂ ਨੂੰ ਬੁਝਾਰਤਾਂ ਪਾਉਣੀਆਂ। ਉਹਦੇ ਨਾਲ ਬੱਚਿਆਂ ਦੇ ਦਿਮਾਗ ਜਿਹੜੇ ਸੀ ਉਹ ਹੋਰ ਤੇਜ਼ ਹੋ ਜਾਂਦੇ ਸਨ। ਰੱਬ ਵੀ ਇੱਕ ਬੁਝਾਰਤ ਹੈ, ਬੁਝਾਰਤ ਤੋਂ ਵੱਧ ਕੇ ਕੁਛ ਨਹੀਂ। ਗੁਰਬਾਣੀ ਵਿੱਚ ਬੁੱਝਣਾ ਬਹੁਤ ਵਾਰੀ ਸ਼ਬਦ ਆਉਂਦਾ। ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਮਾਲਕ ਨੂੰ ਬੁੱਝਿਆ ਜਾ ਸਕਦਾ ਹੈ। ਉਹਦੇ ਸਵਾਲ ਵਿੱਚ ਹੀ ਉਹਦਾ ਜਵਾਬ ਹੁੰਦਾ ਹੈ। ਬੁੱਝਿਆ ਕਿਵੇਂ ਜਾ ਸਕਦਾ? ਜੇ ਸ਼ਬਦ ਦੀ ਕਮਾਈ ਆਪਾਂ ਕਰੀਏ, ਸ਼ਬਦ ਕਮਾਈਏ, ਗੁਰਬਾਣੀ ਪੜ੍ਹੀਏ ਵੱਧ ਤੋਂ ਵੱਧ। ਨਾਨਕ ਨਾਮ ਸਲਾਹੇ ਤੂੰ ਹਰ, ਹਰ ਦਰ ਸੋਭਾ ਪਾਏ। ਸ਼ਬਦ ਦੀ ਸਮਾਪਤੀ ਕਰਦੇ ਹੋਏ ਨਿਮਾਣਿਆਂ ਨਿਤਾਣਿਆਂ ਦੇ ਮਾਣ ਤਾਣ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਹਾਂ ਭਾਈ ਪਰਮੇਸ਼ਰ ਦੇ ਨਾਮ ਨੂੰ ਸਲਾਹ ਤੂੰ, ਉਹਦੇ ਹਰੀ ਨਾਮ ਦਾ ਸੋ ਸਲਾਹੁਣਾ ਕਰ, ਸਿਫਤ ਕਰ, ਉਹਦੀ ਵਡਿਆਈ ਕਰ, ਤਾਂ ਮਾਲਕ ਦੀ ਘਰ ਦਰ ਵਿੱਚ ਤੈਨੂੰ ਸੋਭਾ ਮਿਲੇਗੀ, ਵਡਿਆਈ ਮਿਲੇਗੀ, ਇੱਥੇ ਵੀ ਸਨਮਾਨ ਮਿਲੇਗਾ। ਚੱਲਿਆ ਪਾਸਿਓਂ ਜਨਮ ਸਵਾਰ ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਇਸ ਪਦਵੀ ਨੂੰ ਪ੍ਰਾਪਤ ਹੋ ਜਾਵੇਗਾ। ਇਹ ਮਹਾਰਾਜ ਨੇ ਗੁਰਬਾਣੀ ਦੀ ਲੜੀਵਾਰ ਵਿਚਾਰ ਕਥਾ ਰਾਹੀਂ ਸ਼ੁਭ ਸਿੱਖਿਆ ਪਾਵਨ ਉਪਦੇਸ਼ ਸਾਡੇ ਤਾਈਂ ਆਖਿਆ। ਗੁਰਬਾਣੀ ਦੀ ਲੜੀਵਾਰ ਵਿਚਾਰ ਕਥਾ ਕਰਦਿਆਂ ਹੋਈ ਅਨੇਕ ਪ੍ਰਕਾਰ ਦੀ ਭੁੱਲ ਚੁੱਕ ਦੀ ਸ਼ਿਮਾ ਅੱਗੇ ਤੋਂ ਸਮਝ ਦੇਣੀ। ਲੇਖਿਆ ਗਣਤ ਨਾ ਛੁਟੀਆ, ਕਾਚੀ ਭੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਗੁਰ ਪ੍ਰਸਾਦੀ ਬੂਝੀਐ, ਸਭ ਦੇ ਕਾਰ ਕਮਾਏ। ਨਾਨਕ ਨਾਮ ਸਲਾਹੇ ਤੂੰ ਹਰ, ਹਰ ਦਰ ਸੋਭਾ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।